ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨ ਭਰਿਆ ਰੇ। ਆਂਬ ਕੀ ਸਦਰ ਕਤ ਮਿਟਤ ਆਂਬਲੀ ਖਾਏ, ਪਿਤਾ ਕੋ ਪਿਆਰ ਨਾ ਪਰੋਸੀ ਪਹਿ ਪਾਈਐ। ਸਾਗਰ ਕੀ ਨਿਧ ਕਤ ਪਾਈਅਤ ਪੋਖਰ ਸੈ, ਦਿਨ ਕਰ ਸਰ ਦੀਪ ਜੋਤ ਨਾ ਪੁਜਾਈਐ। ਇੰਦਰ ਬਰਖਾ ਸਮਾਨ ਪੁਜਸ ਨਾ ਕੂਪ ਜਾਲ, ਚੰਦਨ ਸੁਬਾਸ ਨਾ ਪਲਾਸ ਮਹਿਕਾਈਐ। ਸ੍ਰੀ ਗੁਰ ਦਇਆਲ ਕੀ ਦਇਆ ਨਾ ਆਨ ਦੇਵ ਮੈਂ, ਜੋ ਖੰਡ ਬ੍ਰਹਮੰਡ ਉਦੈ ਅਸਤ ਲਉ ਧਾਈਐ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਪੰਜਵਾ। ਮਿੱਤਰ ਪਿਆਰਾ ਨਾਨਕ ਜੀ, ਮੈਂ ਛੱਡ ਗਵਾਇਆ ਰੰਗ ਕਸੁੰਬੈ ਭੁੱਲੀ। ਔ ਸੱਜਣ ਕੀ ਮੈਂ ਕੀਮ ਨਾ ਪਾਉਦੀ, ਔ ਤੁਧ ਬਿਨ ਅੱਡ ਨਾ ਲੈਂਦੀ। ਮਿੱਤਰ ਪਿਆਰਾ ਨਾਨਕ ਜੀ, ਮੈਂ ਛੱਡ ਗਵਾਇਆ ਰੰਗ ਕਸੁੰਭ ਹੈ ਭੁੱਲੀ। ਔ ਸੱਜਣ ਕੀ ਮੈਂ ਕੀਮ ਨਾ ਪਾਉਦੀ, ਔ ਤੁਧ ਬਿਨ ਅੱਡ ਨਾ ਲੈਂਦੀ। ਮਹੱਲਾ ਪੰਜਵਾ। ਸੱਸ ਵਿਰਾਏ ਨਾਨਕ ਜੀਓ, ਸਸੁਰਾ ਵਾਦੀ ਜੇਠੋ ਪਾਉ ਔਲੂ ਹੈ। ਖੱਬੇ ਪਾਸ ਪੁਣੇ ਤੇ ਵਤਨ, ਜਾ ਮੈਂ ਸੱਜਣ ਤੂੰ ਹੈ। ਪੌੜੀ। ਜਿਸ ਤੂੰ ਉਠਾ ਚਿੱਤ, ਇਸ ਦਰਦ ਨਿਵਾਰਣੋ। ਜਿਸ ਤੂੰ ਉਠਾ ਚਿੱਤ, ਇਸ ਕਦੇ ਨਾ ਹਾਰਣੋ। ਜਿਸ ਮਿਲਿਆ ਪੂਰਾ ਗੁਰੂ, ਸੋ ਸਰਬ ਪਰ ਤਾਰਣੋ। ਜਿਸਨੋ ਲਾਏ ਸੱਚ, ਇਸ ਸੱਚ ਸੰਭਾਲਣੋ। ਜਿਸ ਆਇਆ ਹੱਥ ਨਿਧਾਨ, ਸੋ ਰਹਿਆ ਭਾਲਣੋ। ਜਿਸਨੋ ਫਿਕੋ ਰੰਗ, ਭਗਤ ਸੋ ਜਾਣਣੋ। ਉਹ ਸਭਨਾ ਕੀ ਰੇਣ, ਬਿਰਹੀ ਚਾਰਣੋ। ਸਭ ਤੇਰੇ ਚੋਜ ਵਿਡਾਣ, ਸਭ ਤੇਰਾ ਕਾਰਣੋ। ਉਹ ਸਭਨਾ ਕੀ ਰੇਣ, ਬਿਰਹੀ ਚਾਰਣੋ। ਸਭ ਤੇਰੇ ਚੋਜ ਵਿਡਾਣ, ਸਭ ਤੇਰਾ ਕਾਰਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਾ ਹਰ ਜਹੂਰ ਹਾਜ਼ਰ ਹਜੂਰ ਸਰਬ ਕਲਾ ਭਰਪੂਰ ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਰ ਅਪਾਰ ਕਿਰਪਾਲਤਾ ਦਇਆਲਤਾ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਗੁਰੂ ਕੀ ਕਿਰਪਾ ਨਾਲ ਪ੍ਰਾਪਤ ਹੋਇਆ ਹੈ। ਲੜੀਵਾਰ ਰੂਪ ਵਿੱਚ ਰਾਮ ਕਲੀ ਰਾਗ ਦੀ ਦੂਸਰੀ ਵਾਰ ਦੁਆਰਾ ਸਤਿਗੁਰੂ ਜੀ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ। ਅੱਜ ਦਾ ਜੋ ਪਾਵਨ ਉਪਦੇਸ਼ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਹਨ, ਇਹ 13ਵੀਂ ਪੌੜੀ ਸ਼ਲੋਕਾਂ ਸਹਿਤ ਹੈ। 963 ਅੰਗ ਤੇ ਇਹ ਪਾਵਨ ਮਹਾਰਾਜ ਸਾਹਿਬ ਜੀ ਦੇ ਵਚਨ ਸੋਭਨੀਕ ਹਨ। ਜਿਵੇਂ ਗਰੀਬ ਨਵਾਜ਼ ਸਤਿਗੁਰੂ ਰਹਿਮਤ ਕਰਦੇ ਹਨ, ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਪੰਜਵਾ। ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕਰਦੇ ਹਨ। ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ। ਮਿੱਤਰ ਪਿਆਰਾ ਪ੍ਰਭੂ ਹੈ, ਵਾਹਿਗੁਰੂ ਹੈ, ਜੋ ਲੋਕ ਦਾ ਵੀ ਮਿੱਤਰ ਹੈ, ਪ੍ਰਲੋਕ ਦਾ ਵੀ ਮਿੱਤਰ ਹੈ। ਮਿੱਤਰ ਜੀਵ ਸੰਸਾਰ ਦੇ ਵਿੱਚ ਕਈ ਬਣਾਉਂਦਾ ਹੈ, ਔਰ ਉਹ ਮਿੱਤਰ ਸਮੇਂ ਦੇ ਨਾਲ ਸਾਥ ਛੱਡ ਵੀ ਦਿੰਦੇ ਹਨ, ਕਈ ਵਾਰੀ ਧੋਖਾ ਵੀ ਦੇ ਜਾਂਦੇ ਹਨ। ਦੌਲਤ ਨੂੰ ਵੀ ਮਨੁੱਖ ਨੇ ਮਿੱਤਰ ਮੰਨਿਆ ਹੋਇਆ ਹੈ, ਸੰਬੰਧੀਆਂ ਨੂੰ ਵੀ ਮਿੱਤਰ ਮੰਨਿਆ ਹੋਇਆ, ਔਰ ਕਰਮ ਵੀ ਮਨੁੱਖ ਦੇ ਮਿੱਤਰ ਮੰਨੇ ਹੋਏ ਹਨ। ਔਰ ਇਹ ਵਿਭੂਤੀ ਸੰਪਦਾ ਦੌਲਤ ਰੂਪੀ ਮਿੱਤਰ ਜੋ ਹੈ, ਇਹ ਵੀ ਸਮੇਂ-ਸਮੇਂ ਦੇ ਨਾਲ ਸਾਥ ਛੱਡ ਦਿੰਦੇ। ਮਾਇਆ ਪਦਾਰਥ ਵੀ ਜੀਵ ਦਾ ਸਾਥ ਛੱਡ ਦਿੰਦਾ, ਤੇ ਸੰਬੰਧੀ ਜਿਨ੍ਹਾਂ ਨੂੰ ਮਿੱਤਰ ਮੰਨਿਆ ਹੋਇਆ ਹੈ, ਮਾਇਆ ਨਾ ਪਾਸ ਹੋਵੇ ਤੇ ਰਿਸ਼ਤੇਦਾਰ ਵੀ ਸਾਥ ਛੱਡ ਜਾਂਦੇ, ਸੰਬੰਧੀ ਰੂਪੀ ਮਿੱਤਰ ਵੀ ਸਾਥ ਛੱਡ ਜਾਂਦੇ। ਜਿਸ ਦਾ ਜ਼ਿਕਰ ਮਹਾਰਾਜ ਨੇ ਅੰਮ੍ਰਿਤ ਬਾਣੀ 'ਚ ਕੀਤਾ ਹੈ, ਸੁਖ ਮੈਂ ਬਹੁ ਸੰਗੀ ਭਏ ਦੁੱਖ ਮੈਂ ਸੰਗ ਨਾ ਕੋਏ, ਕਹੋ ਨਾਨਕ ਹਰਿ ਭਜ ਮਨਾ ਅੰਤ ਸਹਾਈ ਹੋਏ। ਸੁਖ ਦੇ ਵਿੱਚ ਸੰਸਾਰ ਦੇ ਮਿੱਤਰ ਜਿਹੜੇ ਉਹ ਸੰਗੀ ਸਾਥੀ ਹੁੰਦੇ ਹਨ, ਦੁੱਖ ਵਿੱਚ ਕੋਈ ਸਾਥ ਨਹੀਂ ਨਿਭਾਉਂਦਾ। ਬਹੁਤ ਨੇੜੇ ਤੇ ਨੇੜੇ ਜਿਹੜੇ ਰਿਸ਼ਤੇਦਾਰ ਉਹ ਵੀ ਸਾਥ ਛੱਡ ਜਾਂਦੇ। ਫਿਰ ਇਸੇ ਤਰ੍ਹਾਂ ਕਰਮਾਂ ਰੂਪੀ ਮਿੱਤਰ ਹਨ ਜੀਵ ਦੇ, ਉਹ ਜਿਹੋ ਜਿਹੇ ਚੰਗੇ ਮਾੜੇ ਕਰਮ ਕਰਦਾ ਹੈ ਉਹ ਇਹਦੇ ਨਾਲ ਜਾਂਦੇ ਹਨ। ਇਹਨੂੰ ਚੰਗੇ ਮਾੜੇ ਕਰਮਾਂ ਦਾ ਫਲ ਭੁਗਤਣਾ ਪੈਂਦਾ ਹੈ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਇਹ ਸਰੀਰ ਵੀ ਮਿੱਤਰ ਮੰਨਿਆ ਹੈ, ਇਹ ਸਰੀਰ ਮਿੱਤਰ ਵੀ ਸਾਥ ਛੱਡ ਜਾਂਦਾ ਹੈ। ਸਵਾਸ ਪੂਰੇ ਹੋ ਜਾਂਦੇ ਆ, ਜਨਮ ਵੇਲੇ ਨਾਲ ਆਇਆ ਸੀ, ਮਰਨ ਤੋਂ ਬਾਅਦ ਇਹ ਸਰੀਰ ਵੀ ਮਿੱਤਰ ਨਾਲ ਨਹੀਂ ਜਾਂਦਾ, ਇਹ ਸਰੀਰ ਵੀ ਇੱਥੇ ਰਹਿ ਜਾਂਦਾ।
ਪਰ ਇਸ ਸਰੀਰ ਨਾਲ ਜਿਹੋ ਜਿਹੇ ਜੀਵ ਨੇ ਕਰਮ ਕੀਤੇ ਆ ਚੰਗੇ ਮਾੜੇ, ਉਹ ਅੱਗੇ ਜਾਂਦੇ ਨਾਲ। ਸੂਖਮ ਸਰੀਰ ਦੇ ਨਾਲ ਉਹ ਅੱਗੇ ਜਾਂਦੇ ਹਨ, ਜਿਹਦਾ ਜ਼ਿਕਰ ਮਹਾਰਾਜ ਸਾਹਿਬ ਜੀ ਨੇ ਆਸਾ ਕੀ ਵਾਰ ਵਿੱਚ ਵੀ ਕੀਤਾ ਹੈ। ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਜੋ ਦੁਨੀਆ ਵਿੱਚ ਛੱਡ ਕੇ ਜਾਣਾ ਉਹ ਵੀ ਦੱਸਿਆ ਹੈ, ਤੇ ਜੋ ਅੱਗੇ ਜਾਣਾ ਉਹ ਵੀ ਦੱਸਿਆ। ਕੱਪੜੇ ਇੱਥੇ ਛੱਡ ਜਾਣੇ ਆ, ਰੂਪ ਸੁਹਾਵਣਾ ਇੱਥੇ ਛੱਡ ਜਾਣਾ ਹੈ, ਸਰੀਰ ਇੱਥੇ ਛੱਡ ਜਾਣਾ ਹੈ, ਜੀਵ ਨੇ ਅੱਗੇ ਜਾਣਾ ਹੈ। ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ। ਹੁਕਮ ਕੀਏ ਮਨ ਭਾਵਦੇ, ਰਾਹੇ ਭੀੜੈ ਅੱਗੇ ਜਾਵਣਾ। ਨੰਗਾ ਦੋਜਕ ਚਾਲਿਆ, ਤਾਂ ਦਿਸੈ ਖਰਾ ਡਰਾਵਣਾ। ਕਰ ਔਗਣ ਪਛੋਤਾਵਣਾ। ਤਾਂ ਇਹ ਕਰਮਾਂ ਰੂਪੀ ਮਿੱਤਰ, ਜੇ ਚੰਗੇ ਕਰਮ ਕੀਤੇ ਹੋਣ ਉਹ ਫਿਰ ਮਿੱਤਰਤਾ ਨਿਭਾਉਂਦੇ ਹਨ, ਪ੍ਰਲੋਕ ਵਿੱਚ ਸਾਥ ਦਿੰਦੇ। ਜੇ ਚੰਗੇ ਕਰਮ ਨਹੀਂ ਕੀਤੇ ਤਾਂ ਫਿਰ ਜਿਹੋ ਜਿਹੇ ਕੀਤੇ ਉਹ ਨਾਲ ਜਾਂਦੇ ਹਨ। ਇਹ ਸਾਰੇ ਮਿੱਤਰ ਆਪਣੇ ਆਪਣੇ ਸਮੇਂ ਦੇ ਨਾਲ ਸਾਥ ਛੱਡ ਜਾਂਦੇ ਹਨ। ਤਾਂ ਮਹਾਰਾਜ ਸਾਹਿਬ ਕਹਿੰਦੇ ਅਸਲ ਮਿੱਤਰ ਤਾਂ ਉਹ ਪਰਮੇਸ਼ਰ ਵਾਹਿਗੁਰੂ ਪਿਆਰਾ ਹੈ। ਮਿੱਤਰ ਪਿਆਰਾ, ਮਿੱਤਰ ਪਿਆਰਾ ਤੇ ਪਰਮੇਸ਼ਰ ਹੈ। ਉਹ ਸੱਜਣ ਹੈ, ਮਿੱਤਰ ਹੈ। ਲੋਕ ਵਿੱਚ ਵੀ ਮਿੱਤਰਤਾ ਨਿਭਾਉਣ ਵਾਲਾ ਹੈ, ਪਰਲੋਕ ਵਿੱਚ ਵੀ ਮਿੱਤਰਤਾ ਨਿਭਾਉਣ ਵਾਲਾ ਹੈ। ਔਰ ਉਸ ਮਿੱਤਰ ਨੇ ਜਨਮ ਤੋਂ ਪਹਿਲਾਂ ਵੀ ਮਿੱਤਰਤਾ ਨਿਭਾਈ। ਜਦੋਂ ਹਾਲੇ ਸੰਸਾਰ ਨਹੀਂ ਸੀ ਵੇਖਿਆ, ਜਨਮ ਨਹੀਂ ਸੀ ਹੋਇਆ ਜੀਵ ਦਾ, ਜਨਮ ਤੋਂ ਪਹਿਲਾਂ ਗਰਭ ਦੇ ਵਿੱਚ ਇਹ ਜੀਵ ਪੁੱਠਾ ਲਟਕਦਾ ਸੀ, ਤੇ ਉਸ ਵੇਲੇ ਉਹ ਮਿੱਤਰ ਪਿਆਰੇ ਨੇ ਇਹਦੀ ਰੱਖਿਆ ਕੀਤੀ। ਜਿਸ ਦਾ ਜ਼ਿਕਰ ਮਹਾਰਾਜ ਨੇ ਅੰਮ੍ਰਿਤ ਬਾਣੀ 'ਚ ਕੀਤਾ, ਸੋ ਕਿਉਂ ਵਿਸਰੈ ਜੇ ਅਗਨ ਮਹਿ ਰਾਖੈ। ਇਹ ਭਾਈ ਉਹ ਮਿੱਤਰ ਪਿਆਰਾ ਪਰਮੇਸ਼ਰ ਕਿਉਂ ਭੁੱਲੇ, ਜਿਸ ਨੇ ਗਰਭ ਅਗਨੀ ਵਿੱਚ ਰੱਖਿਆ ਕੀਤੀ ਹੈ। ਜਦੋਂ ਮੁੱਖ ਹੇਠਾਂ ਨੂੰ ਸੀ, ਪੈਰ ਉੱਪਰ ਨੂੰ ਸੀ, ਜਿਵੇਂ ਕਪਾਲੀ ਆਸਣ ਲਾਇਆ ਹੁੰਦਾ ਇਸ ਤਰ੍ਹਾਂ ਸੀ। ਮੁੱਖ ਤਲੇ ਪੈਰ ਉੱਪਰੇ, ਵਸੰਦੋ ਕੋਹ ਥੜੈ ਥਾਏ। ਨਾਨਕ ਸੋ ਧਣੀ ਕਿਉ ਵਿਸਾਰਿਓ, ਉਦਰ ਹੈ ਜਿਸ ਦਾ ਨਾਏ। ਜਿਸ ਦੇ ਨਾਮ ਦੀ ਬਰਕਤ ਨਾਲ, ਨਾਮ ਦੀ ਸ਼ਕਤੀ ਦੇ ਨਾਲ ਤੂੰ ਗਰਭ ਅਗਨੀ ਦੇ ਵਿੱਚ ਬਚਿਆ, ਉੱਥੇ ਤੇਰੀ ਰੱਖਿਆ ਕੀਤੀ ਹੈ, ਉਹਨੂੰ ਕਿਉਂ ਭੁਲਾ ਦਿੱਤਾ? ਜਿਸ ਨੇ ਤੈਨੂੰ ਸੇਕ ਤੱਕ ਨਹੀਂ ਲੱਗਣ ਦਿੱਤਾ, ਤੇਰੀ ਪ੍ਰਤਪਾਲਣਾ ਕੀਤੀ। ਤਾਂ ਮਹਾਰਾਜ ਸਾਹਿਬ ਜੀ ਅੰਮ੍ਰਿਤ ਬਾਣੀ 'ਚ ਫਰਮਾਉਂਦੇ ਹਨ, ਪ੍ਰਤਿਪਾਲ ਮਾਤਾ ਉਦਰ ਰਾਖੈ। 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 ਲੱਗਨ ਦੇਤ ਨਾ ਸੇਕ, ਲੱਗਨ ਦੇਤ ਨਾ ਸੇਕ। ਲੱਗਨ ਦੇਤ ਨਾ ਸੇਕ। ਲੱਗਨ ਦੇਤ ਨਾ ਸੇਕ। ਸੋਈ ਸੁਆਮੀ ਇਹਾ ਰਾਖੈ। ਸੋਈ ਸੁਆਮੀ ਇਹਾ ਰਾਖੈ। ਸੋਈ ਸੁਆਮੀ ਇਹਾ ਰਾਖੈ। ਸੋਈ ਸੁਆਮੀ ਇਹਾ ਰਾਖੈ। ਬੂਝ ਬੁੱਧ ਬਬੇਕ। ਬੂਝ ਬੁੱਧ ਬਬੇਕ। ਬੂਝ ਬੁੱਧ ਬਬੇਕ। ਬੂਝ ਬੁੱਧ ਬਬੇਕ। ਮੇਰੇ ਮਨ ਨਾਮ ਕੇ ਕਰ ਟੇਕ। ਮੇਰੇ ਮਨ ਨਾਮ ਕੇ ਕਰ ਟੇਕ। ਮੇਰੇ ਮਨ ਨਾਮ ਕੀ ਕਰ ਟੇਕ। ਮੇਰੇ ਮਨ
ਨਾਮ ਕੀ ਕਰ ਟੇਕ। ਮਹਾਰਾਜ ਕਹਿੰਦੇ ਉਹ ਪ੍ਰਭੂ ਨੇ ਮਾਤਾ ਦੇ ਉਦਰ ਦੇ ਵਿੱਚ ਵੀ ਪ੍ਰਤਪਾਲਣਾ ਕੀਤੀ, ਉਦੋਂ ਦਾ ਵੀ ਉਹ ਮਿੱਤਰ ਹੈ। ਮਿੱਤਰ ਤੇ ਉਹ ਆ ਨਾ ਜਿਹੜਾ ਸਹਾਇਤਾ ਕਰੇ, ਜੋ ਮਿੱਤਰਤਾ ਨਿਭਾਵੇ। ਇਸ ਕਰਕੇ ਪ੍ਰਭੂ ਮਿੱਤਰ ਪਿਆਰਾ ਐਸਾ ਹੈ, ਉਹਨੇ ਜਨਮ ਤੋਂ ਪਹਿਲਾਂ ਵੀ ਮਿੱਤਰਤਾ ਨਿਭਾਈ ਹੈ, ਉਸ ਮੌਕੇ ਤੇ ਵੀ ਰੱਖਿਆ ਕੀਤੀ। ਮਾਤ ਗਰਭ ਮਹਿ ਆਪਣ ਸਿਮਰਨ ਦੇ, ਤਹ ਤੁਮ ਰਾਖਣ ਹਾਰੇ। ਇਹ ਪ੍ਰਭੂ ਮਾਤਾ ਦੇ ਗਰਭ ਵਿੱਚ ਆਪਣਾ ਸਿਮਰਨ ਦੇ ਕੇ ਉੱਥੇ ਤੁਸੀਂ ਰੱਖਿਆ ਕਰਨ ਆ ਰਹੇ ਹੋ। ਮਾਤ ਗਰਭ ਮਹਿ ਆਪਣ ਸਿਮਰਨ ਦੇ, ਤਹ ਤੁਮ ਰਾਖਣ ਹਾਰੇ। ਪਾਵਕ ਸਾਗਰ ਅਥਾਹ ਲਹਿਰ ਮਹਿ, ਤਾਰਹੁ ਤਾਰਨ ਹਾਰੇ। ਮਾਧੋ ਤੂੰ ਠਾਕੁਰ ਸਿਰ ਮੋਰਾ, ਈਹਾ ਊਹਾ ਤੁਹਾਰੋ ਧੋਰਾ। ਰਹਾਉ ਈਹਾ ਇੱਥੇ, ਊਹਾ ਉੱਥੇ, ਈਹਾ ਲੋਕ ਵਿੱਚ, ਊਹਾ ਪ੍ਰਲੋਕ ਵਿੱਚ, ਤੁਹਾਰੋ ਧੋਰਾ। ਇਹ ਪ੍ਰਭੂ ਆਪ ਜੀ ਦਾ ਹੀ ਆਸਰਾ, ਤੁਸੀਂ ਹੀ ਇੱਥੇ ਉੱਥੇ ਸਭ ਥਾਵਾਂ ਤੇ ਰੱਖਿਆ ਕਰਨ ਵਾਲੇ ਹੋ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉ ਮਨਹੁ ਵਿਸਾਰੀਐ। ਮਨਹੁ ਕਿਉ ਵਿਸਾਰੀਐ ਏ ਵੱਡ ਦਾਤਾ, ਜੇ ਅਗਨ ਮਹਿ ਆਹਾਰ ਪਹੁੰਚਾਵੇ। ਉਸਨੋ ਕੇਹੋ ਪੋਹਿ ਨਾ ਸਕੇ, ਜਿਸਨੋ ਆਪਣੀ ਲਿਵ ਲਾਵੇ। ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਕਹੈ ਨਾਨਕ ਏ ਵੱਡ ਦਾਤਾ, ਸੋ ਕਿਉ ਮਨਹੁ ਵਿਸਾਰੀਐ। ਫਿਰ ਜਿੱਥੇ ਜਨਮ ਤੋਂ ਪਹਿਲਾਂ ਰੱਖਿਆ ਕੀਤੀ, ਜਨਮ ਤੋਂ ਬਾਅਦ ਵੀ ਉਸਨੇ ਰੱਖਿਆ ਕੀਤੀ। ਬਚਪਨ ਦੇ ਵਿੱਚ, ਜਵਾਨੀ ਦੇ ਵਿੱਚ, ਬਿਰਧ ਅਵਸਥਾ ਦੇ ਵਿੱਚ, ਸਾਰੇ ਜੀਵਨ ਦੇ ਵਿੱਚ, ਫਿਰ ਸਵਾਸ ਪੂਰੇ ਹੋਣ ਤੋਂ ਬਾਅਦ ਵੀ, ਪਰਲੋਕ ਵਿੱਚ ਵੀ ਉਹ ਮਿੱਤਰ ਪਿਆਰਾ ਹੀ ਰੱਖਿਆ ਕਰਦਾ ਹੈ। ਤਾਂ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਦੇ ਅੰਦਰ ਇਹ ਸਾਰੇ ਬਚਨ ਫਰਮਾਏ ਵੀ ਉਹ ਪਰਮੇਸ਼ਰ ਨੇ ਕਿੱਥੇ ਕਿੱਥੇ ਕਿਹੜੇ ਕਿਹੜੇ ਸਮੇਂ ਤੇ ਤੇਰੀ ਰੱਖਿਆ ਕੀਤੀ। ਉਹ ਹਰ ਸਮੇਂ ਰਾਖੀ ਕਰ ਰਿਹਾ, ਤੂੰ ਉਹਦੇ ਗੁਣਾਂ ਨੂੰ ਚੇਤੇ ਕਰ। ਰਾਮ ਮਈਆ ਕੇ ਗੁਣ ਚੇਤ ਪ੍ਰਾਨੀ, ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ। ਵੇਖ ਤੇਰਾ ਮੂਲ ਕੀ ਸੀ ਤੇ ਉਹਨੇ ਮਿੱਤਰ ਪਿਆਰੇ ਨੇ ਤੈਨੂੰ ਕਿਆ ਸੋਹਣਾ ਬਣਾ ਦਿੱਤਾ। ਤੇਰਾ ਮੁੱਢ ਕੀ ਸੀ, ਤੇ ਮਹਾਰਾਜ ਨੇ ਬਾਣੀ 'ਚ ਦੱਸਿਆ ਵੀ ਮੁੱਢ ਤਾਂ ਤੇਰਾ ਇੱਕ ਖੂਨ ਦੀ ਬੂੰਦ, ਇੱਕ ਬਿੰਦ ਦੀ ਬੂੰਦ, ਇਹੀ ਮੁੱਢ ਸੀ ਨਾ ਤੇਰਾ। ਮੂਲ ਤਾਂ ਇਹੀ ਹੈ ਨਾ, ਮਾਂ ਕੀ ਰਕਤ ਪਿਤਾ ਬਿਦ ਧਾਰਾ। ਤੇ ਇਸ ਮੂਲ ਤੋਂ ਤੈਨੂੰ ਕਿਆ ਸੋਹਣਾ ਸਰੀਰ ਦੇ ਦਿੱਤਾ ਉਸ ਪ੍ਰਭੂ ਨੇ। ਰਾਮ ਮਈਆ ਕੇ ਗੁਣ ਚੇਤ ਪ੍ਰਾਨੀ, ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸੀਗਾਰਿਆ, ਗਰਭ ਅਗਨ ਮਹਿ ਜਿਨਹਿ ਉਬਾਰਿਆ। ਜਿਸ ਪ੍ਰਭੂ ਨੇ ਤੈਨੂੰ ਸਾਜਿਆ ਵੀ, ਤੈਨੂੰ ਸਵਾਰਿਆ ਵੀ, ਤੈਨੂੰ ਸ਼ਿੰਗਾਰਿਆ ਵੀ, ਤੇ ਗਰਭ ਅਗਨ ਦੇ ਵਿੱਚ ਉਬਾਰਿਆ ਵੀ, ਬਚਾਇਆ ਵੀ। ਗਰਭ ਅਗਨ ਮਹਿ ਜਿਨਹਿ ਉਬਾਰਿਆ, ਫਿਰ ਜਨਮ ਦਿੱਤਾ। ਬਾਰ ਵਿਵਸਥਾ ਤੁਝਹਿ ਪਿਆਰੈ ਦੂਧ, ਫਿਰ ਪੀਣ ਵਾਸਤੇ ਦੁੱਧ ਦਿੱਤਾ। ਬਚਪਨ ਦੇ ਵਿੱਚ ਜਨਮ ਤੋਂ ਬਾਅਦ ਪੀਣ ਲਈ ਦੁੱਧ ਚਾਹੀਦਾ ਸੀ, ਤੇ ਪ੍ਰਭੂ ਨੇ ਦੁੱਧ ਦਿੱਤਾ ਫਿਰ ਪੀਣ ਵਾਸਤੇ। ਬਾਰ ਵਿਵਸਥਾ ਤੁਝਹਿ ਪਿਆਰੈ ਦੂਧ, ਭਰ ਜੋਬਨ ਭੋਜਨ ਸੁਖ ਸੂਧ। ਫਿਰ ਜੋਬਨ ਜਵਾਨੀ ਵਿੱਚ ਭਰਿਆ, ਭੋਜਨ ਵੀ ਦਿੱਤੇ ਤੇ ਭੋਜਨਾਂ ਦੀ ਸਮਝ ਵੀ ਦਿੱਤੀ। ਛਕਣ ਦੀ, ਖਾਣ ਪੀਣ ਦੀ ਸੋਝੀ ਵੀ ਤੈਨੂੰ ਦਿੱਤੀ, ਤੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਵੀ ਦਿੱਤੇ। ਬਿਰਧ ਭਇਆ ਉਪਰ ਸਾਕ ਸੈਨ। ਜਦੋਂ ਬਿਰਧ ਹੋ ਗਿਆ, ਬਜ਼ੁਰਗ ਹੋ ਗਿਆ, ਤੇ ਫਿਰ ਸਾਕ ਸੈਨ, ਪਿਆਰੇ ਇਸੇ ਤਰ੍ਹਾਂ ਰਿਸ਼ਤੇਦਾਰ ਦਿੱਤੇ ਤੈਨੂੰ, ਸਾਕ ਸੰਬੰਧੀ ਦਿੱਤੇ, ਤੇਰੀ ਪਰਵਰਿਸ਼ ਕਰਨ ਵਾਸਤੇ, ਤੇਰੀ ਦੇਖਭਾਲ ਕਰਨ ਵਾਸਤੇ, ਬੈਠਿਆਂ ਨੂੰ ਮੁੱਖ ਵਿੱਚ ਗਰਾਹੀਆਂ ਪਾਉਣ ਵਾਸਤੇ। ਮੁੱਖ ਪਿਆਓ ਬੈਠ ਕਉ ਦੈਨ। ਪਿਆਓ ਕਹਿੰਦੇ ਭੋਜਨ ਨੂੰ, ਮੁੱਖ ਵਿੱਚ ਬੈਠੇ ਦੇ ਭੋਜਨ ਪਾਉਣ ਵਾਸਤੇ ਤੈਨੂੰ
ਇਹ ਪਰਿਵਾਰ ਦਿੱਤਾ, ਸਾਕ ਸੰਬੰਧੀ ਦਿੱਤੇ। ਮਹਾਰਾਜ ਕਹਿੰਦੇ ਇੰਨੇ ਤੇਰੇ ਤੇ ਗੁਣ ਕੀਤੇ ਮਿੱਤਰ ਪਿਆਰੇ ਨੇ, ਇਹੋ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਹੋ ਤਉ ਨਾਨਕ ਸੀਜੈ। ਪਰ ਇਹ ਨਿਰਗੁਣ ਯਾਰਾ ਜੀਵ ਉਸ ਮਿੱਤਰ ਪਿਆਰੇ ਦੇ ਗੁਣਾਂ ਨੂੰ ਭੁਲਾ ਹੀ ਦਿੰਦਾ ਹੈ, ਇਹ ਸਮਝਦਾ ਨਹੀਂ ਹੈ। ਤਾਂ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ ਕਿ ਜੀਵ ਰੂਪ ਇਸਤਰੀ ਦੀ ਐਸੀ ਹਾਲਤ ਹੈ, ਜੀਵ ਰੂਪ ਇਸਤਰੀ ਕਹਿੰਦੀ ਹੈ ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ। ਕਿ ਜੋ ਮਿੱਤਰ ਪਿਆਰਾ ਸੀ ਨਾ ਉਹ ਪ੍ਰਭੂ, ਜੋ ਜਨਮ ਤੋਂ ਪਹਿਲਾਂ ਵੀ ਮਦਦ ਕਰਨ ਵਾਲਾ, ਸਾਰੇ ਜੀਵਨ ਵਿੱਚ ਵੀ ਰੱਖਿਆ ਸਹਾਇਤਾ ਕਰਨ ਵਾਲਾ, ਪਰਲੋਕ ਵਿੱਚ ਵੀ ਜਿਸ ਨੇ ਰੱਖਿਆ ਕਰਨੀ ਸੀ, ਉਹ ਮਿੱਤਰ ਪਿਆਰਾ ਹਰੀ ਜੀ ਪਰਮੇਸ਼ਰ ਜੀ ਨੂੰ ਮੈਂ ਛੱਡ ਦਿੱਤਾ ਹੈ, ਗਵਾ ਦਿੱਤਾ ਹੈ। ਗਵਾਉਣ ਤੋਂ ਭਾਵ ਹੈ ਭੁਲਾ ਦੇਣਾ, ਕਿਉਂਕਿ ਉਹ ਮਿੱਤਰ ਪਿਆਰਾ ਗਵਾਚਦਾ ਤੇ ਨਹੀਂ ਹੈ, ਗਵਾਚਦਾ ਤੇ ਮਨੁੱਖ ਹੀ ਹੈ। ਪਰਮਾਤਮਾ ਨਹੀਂ ਗਵਾਚਦਾ, ਉਹਨੂੰ ਗਵਾਇਆ ਨਹੀਂ ਜਾ ਸਕਦਾ, ਕਿਉਂਕਿ ਉਹ ਸਾਰੀ ਥਾਵਾਂ ਤੇ ਮੌਜੂਦ ਹੈ। ਉਹਨੂੰ ਗਵਾਉਣਾ ਕੀ ਹੈ? ਉਸ ਨੂੰ ਗਵਾਉਣਾ ਇਹੀ ਹੈ ਵੀ ਉਸ ਨੂੰ ਭੁਲਾ ਦਿੱਤਾ। ਜਿਹੜਾ ਭੁਲਾ ਦਿੱਤਾ ਇਹ ਪ੍ਰਭੂ ਨੂੰ ਗਵਾਉਣਾ। ਮੈਂ ਛੱਡ ਗਵਾਇਆ, ਮੈਂ ਦੇ ਵਿੱਚ ਪ੍ਰਵੇਸ਼ ਕਰਕੇ, ਮੈਂ ਨੂੰ ਧਾਰਨ ਕਰਕੇ, ਹੰਕਾਰ ਨੂੰ ਧਾਰਨ ਕਰਕੇ ਮੈਂ ਜਦੋਂ ਆ ਗਈ ਤੇ ਉਦੋਂ ਫਿਰ ਉਹ ਪਰਮੇਸ਼ਰ ਵਾਹਿਗੁਰੂ ਉਹਦਾ ਪਾਸਾ ਛੱਡਿਆ ਗਿਆ। ਮੈਂ ਦੇ ਵਿੱਚ ਆ ਕਰਕੇ, ਹੰਕਾਰ ਵਿੱਚ ਆ ਕਰਕੇ, ਮੈਂ ਨੂੰ ਧਾਰਨ ਕਰਕੇ ਛੱਡ ਗਵਾਇਆ। ਉਹ ਮਿੱਤਰ ਪਿਆਰੇ ਨੂੰ ਛੱਡ ਦਿੱਤਾ ਕਿ ਉਸ ਨੂੰ ਗਵਾ ਦਿੱਤਾ। ਗਵਾਉਣ ਤੋਂ ਭਾਵ ਹੈ ਉਸ ਨੂੰ ਵਿਸਾਰ ਦਿੱਤਾ, ਉਸ ਨੂੰ ਭੁਲਾ ਦਿੱਤਾ, ਕਿਉਂਕਿ ਉਹ ਪ੍ਰਭੂ ਨੂੰ ਗਵਾਇਆ ਨਹੀਂ ਜਾ ਸਕਦਾ। ਉਹ ਅੰਦਰ ਬੈਠਾ ਹੈ, ਉਹਨੂੰ ਭੁਲਾਇਆ ਹੈ ਮਨੁੱਖ ਨੇ। ਜਿਹੜਾ ਭੁਲਾਇਆ ਇਹੀ ਗਵਾਇਆ। ਅਸਲ ਵਿੱਚ ਉਸ ਨੂੰ ਭੁਲਾ ਕੇ ਆਪ ਹੀ ਗਵਾਚ ਗਿਆ। ਪਰਮਾਤਮਾ ਤੇ ਸਾਰਿਆਂ ਦੇ ਵਿੱਚ ਮਿਲਿਆ ਹੋਇਆ। ਤੇ ਸਤਿਗੁਰੂ ਬਾਣੀ 'ਚ ਕਹਿੰਦੇ ਉਸ ਨੂੰ ਮਿਲਣਾ ਕੀ ਹੈ, ਉਸ ਨੂੰ ਪ੍ਰਾਪਤ ਕੀ ਕਰਨਾ ਹੈ? ਉਹ ਮਿਲਿਆ ਹੋਇਆ, ਮਿਲੇ ਹੋਏ ਦੇ ਨਾਲ ਹੀ ਮਿਲਣਾ। ਉਹ ਮਿਲਿਆ ਹੋਇਆ ਵੀ ਉਹਦੇ ਤੋਂ ਅਸੀਂ ਵਿਛੜੇ ਹੋਏ ਹਾਂ, ਉਹ ਮਿਲਿਆ ਹੋਇਆ ਤੇ ਅਸੀਂ ਵਿਛੜੇ ਹੋਏ ਉਹਦੇ ਤੋਂ। ਉਹ ਸਾਡੇ ਅੰਦਰ ਬੈਠਾ ਹੋਇਆ ਹੈ ਤੇ ਅਸੀਂ ਉਹਨੂੰ ਭੁਲਾਇਆ ਜਿਹੜਾ ਹੈ, ਇਹੀ ਉਸ ਨੂੰ ਗਵਾਇਆ। ਹੁਣ ਜੋ ਹਰ ਇੱਕ ਥਾਂ ਤੇ ਮੌਜੂਦ ਹੈ, ਇਸ ਤਰ੍ਹਾਂ ਮੌਜੂਦ ਹੈ ਜਿਵੇਂ ਦੁੱਧ ਦੇ ਇੱਕ ਇੱਕ ਬੂੰਦ ਦੇ ਵਿੱਚ ਘਿਓ ਮੌਜੂਦ ਹੈ, ਜਿਵੇਂ ਸਾਰੀ ਬਨਸਪਤੀ ਦੇ ਵਿੱਚ ਅਗਨੀ ਮੌਜੂਦ ਹੈ। ਪਰਮਾਤਮਾ ਦੀ ਜੋਤ ਇਸੇ ਤਰ੍ਹਾਂ ਸਾਰੇ ਖੰਡਾਂ ਬ੍ਰਹਿਮੰਡਾਂ ਦੇ ਵਿਆਪਕ ਹੈ, ਉੱਚਿਆਂ ਨੀਵਿਆਂ ਦੇ ਵਿੱਚ ਵਿਆਪਕ ਹੈ, ਛੋਟਿਆਂ ਵੱਡਿਆਂ ਦੇ ਵਿੱਚ ਵਿਆਪਕ ਹੈ। ਉਹਦੇ ਤੋਂ ਬਿਨਾਂ ਕੋਈ ਸਰੀਰ ਖਾਲੀ ਨਹੀਂ ਹੈ। ਤਾਂ ਮਹਾਰਾਜ ਸਾਹਿਬ ਕਹਿੰਦੇ ਹਨ ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਬਨਸਪਤ ਮਹਿ ਬੈ ਸੰਤਰ। ਸਗਲ ਦੂਧ ਮਹਿ ਘੀਆ, ਸਗਲ ਦੂਧ ਮਹਿ ਘੀਆ, ਸਗਲ ਦੂਧ ਮਹਿ ਘੀਆ, ਸਗਲ ਦੂਧ ਮਹਿ ਘੀਆ। ਊਚ ਨੀਚ ਮਹਿ ਜੋਤ ਸਮਾਣੀ, ਊਚ ਨੀਚ ਮਹਿ ਜੋਤ ਸਮਾਣੀ, ਊਚ ਨੀਚ ਮਹਿ ਜੋਤ ਸਮਾਣੀ, ਊਚ ਨੀਚ ਮਹਿ ਜੋਤ ਸਮਾਣੀ। ਘਟ ਘਟ ਮਾਧਵ ਜੀਆ, ਘਟ ਘਟ ਮਾਧਵ ਜੀਆ, ਘਟ ਘਟ ਮਾਧਵ ਜੀਆ, ਘਟ ਘਟ ਮਾਧਵ ਜੀਆ। ਜਲ ਥਲ ਮਹੀਅਲ ਪੂਰਿਆ, ਜਲ ਥਲ ਮਹੀਅਲ ਪੂਰਿਆ, ਜਲ ਥਲ ਮਹੀਅਲ ਪੂਰਿਆ, ਜਲ ਥਲ ਮਹੀਅਲ ਪੂਰਿਆ। ਰਵਿਆ ਵਿੱਚ ਵਣਾ, ਰਵਿਆ ਵਿੱਚ ਵਣਾ, ਰਵਿਆ ਵਿੱਚ ਵਣਾ, ਰਵਿਆ ਵਿੱਚ ਵਣਾ। ਸੋ ਪ੍ਰਭ
ਪ੍ਰਭ ਚਿਤ ਨਾ ਆਵੈ, ਸੋ ਪ੍ਰਭ ਚਿਤ ਨਾ ਆਵੈ। ਸੋ ਪ੍ਰਭ ਚਿਤ ਨਾ ਆਵੈ, ਸੋ ਪ੍ਰਭ ਚਿਤ ਨਾ ਆਵੈ। ਕਿਤੜਾ ਦੁਖ ਗਣਾ, ਕਿਤੜਾ ਦੁਖ ਗਣਾ, ਕਿਤੜਾ ਦੁਖ ਗਣਾ, ਕਿਤੜਾ ਦੁਖ ਗਣਾ। ਜਲ ਥਲ ਮਹੀਅਲ ਪੂਰਿਆ, ਸੁਆਮੀ ਸਿਰਜਨਹਾਰ। ਜਲ ਥਲ ਮਹੀਅਲ ਪੂਰਿਆ, ਸੁਆਮੀ ਸਿਰਜਨਹਾਰ। ਅਨੇਕ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ। ਅਨੇਕ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਬ੍ਰਹਮੰਡੇ ਸੋਈ ਪਿੰਡੇ। ਬ੍ਰਹਮੰਡੇ ਸੋਈ ਪਿੰਡੇ, ਜੋ ਬ੍ਰਹਮੰਡੇ ਸੋਈ ਪਿੰਡੇ। ਜੋ ਖੋਜੈ ਸੋ ਪਾਵੈ, ਜੋ ਖੋਜੈ ਸੋ ਪਾਵੈ। ਜੋ ਖੋਜੈ ਸੋ ਪਾਵੈ, ਜੋ ਖੋਜੈ ਸੋ ਪਾਵੈ। ਪੀਪਾ ਪ੍ਰਣਵੈ ਪਰਮ ਤਤ ਹੈ, ਪੀਪਾ ਪ੍ਰਣਵੈ ਪਰਮ ਤਤ ਹੈ। ਪੀਪਾ ਪ੍ਰਣਵੈ ਪਰਮ ਤਤ ਹੈ, ਪੀਪਾ ਪ੍ਰਣਵੈ ਪਰਮ ਤਤ ਹੈ। ਸਤਿਗੁਰ ਹੋਏ ਲਖਾਵੈ, ਸਤਿਗੁਰ ਹੋਏ ਲਖਾਵੈ, ਸਤਿਗੁਰ ਹੋਏ ਲਖਾਵੈ। ਸਤਿਗੁਰ ਹੋਏ ਲਖਾਵੈ। ਸਾਰੇ ਕਹਿੰਦੇ ਕੋਈ ਜਗ੍ਹਾ ਹੀ ਖਾਲੀ ਨਹੀਂ ਜਿੱਥੇ ਉਹ ਵਿਆਪਕ ਨਹੀਂ ਹੈ। ਜਲ ਵਿੱਚ ਉਹਦਾ ਵਾਸਾ, ਥਲ ਵਿੱਚ ਉਹਦਾ ਵਾਸਾ, ਧਰਤੀ ਵਿੱਚ ਉਹਦਾ ਵਾਸਾ, ਆਕਾਸ਼ ਵਿੱਚ ਉਹਦਾ ਵਾਸਾ, ਰਵਿਆ ਵਿੱਚ ਵਣਾ, ਜੰਗਲਾਂ ਵਿੱਚ ਵਿਆਪਕ ਹੋ ਰਿਹਾ ਹੈ। ਜਲ ਥਲ ਮਹੀਅਲ ਪੂਰਿਆ, ਸੁਆਮੀ ਸਿਰਜਣਹਾਰ। ਅਨੇਕ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ। ਜਿਹੜਾ ਸਾਰੇ ਬ੍ਰਹਿਮੰਡ ਵਿੱਚ ਵਿਆਪਕ ਹੈ, ਉਹ ਸਾਰੇ ਪਿੰਡਾਂ ਸਰੀਰਾਂ ਦੇ ਵਿੱਚ ਵੀ ਵਿਆਪਕ ਹੈ। ਉਹ ਅੰਦਰ ਬੈਠਾ ਹੋਇਆ ਹੈ, ਪਰ ਉਸ ਨੂੰ ਜਿਹੜਾ ਭੁਲਾਇਆ ਹੈ ਜੀਵ ਨੇ, ਇਹੀ ਗਵਾਇਆ ਹੈ। ਉਸ ਨੂੰ ਭੁਲਾਉਣਾ ਹੀ ਉਹਦਾ ਗਵਾਚਣਾ ਹੈ, ਔਰ ਉਸ ਨੂੰ ਇਹ ਤਿਆਗਿਆ ਹੋਇਆ ਹੈ, ਛੱਡ ਦਿੱਤਾ ਹੈ, ਭਾਵ ਉਹਦਾ ਸਿਮਰਨ ਭੁਲਾ ਦਿੱਤਾ ਹੈ। ਐਸਾ ਜੋ ਮਿੱਤਰ ਪਿਆਰਾ ਹੈ, ਜੋ ਜੀ ਦਾ ਮਿੱਤਰ ਪਿਆਰਾ ਹੈ, ਜਿੰਦ ਦਾ ਮਿੱਤਰ ਪਿਆਰਾ ਹੈ, ਜਿੰਦ ਨਾਲ ਸਹਾਇਤਾ ਕਰਦਾ ਹੈ ਲੋਕ ਵਿੱਚ ਪਰਲੋਕ ਵਿੱਚ। ਮਿੱਤਰ ਪਿਆਰਾ ਨਾਨਕ ਜੀ, ਉਹ ਪਿਆਰਾ ਮਿੱਤਰ ਪ੍ਰਭੂ। ਅੰਮ੍ਰਿਤ ਬਾਣੀ ਚ ਵਾਹਿਗੁਰੂ ਪਰਮੇਸ਼ਰ ਨੂੰ ਜਿੱਥੇ ਹੋਰ ਅਨੇਕਾਂ ਸੰਬੰਧਾਂ ਦੇ ਨਾਲ ਯਾਦ ਕੀਤਾ ਹੈ, ਪਰਮਾਤਮਾ ਨੂੰ ਪਿਤਾ ਵੀ ਆਖਿਆ ਬਾਣੀ ਦੇ ਅੰਦਰ, ਮਾਤਾ ਵੀ ਆਖਿਆ ਹੈ, ਸੱਜਣ ਵੀ ਆਖਿਆ ਹੈ, ਮਿੱਤਰ ਪਿਆਰਾ ਵੀ ਆਖਿਆ ਹੈ, ਯਾਰ ਵੀ ਆਖਿਆ ਹੈ, ਦੋਸਤ ਵੀ ਆਖਿਆ ਹੈ। ਜੈਤਸਰੀ ਰਾਗ ਚ ਬਚਨ ਆਉਂਦਾ ਨਾ, ਉੱਥੇ ਵਾਰ-ਵਾਰ ਮਹਾਰਾਜ ਕਹਿੰਦੇ ਯਾਰ ਵੇ ਪ੍ਰਿਯ ਹੱਬੇ ਸਖੀਆਂ ਮੂੰ ਕਹੀ ਨਾ ਜੇਹੀਆ। ਉੱਥੇ ਵਾਹਿਗੁਰੂ ਨੂੰ ਯਾਰ ਵੇ ਕਿਹਾ ਹੈ। ਬਾਣੀ ਵਿੱਚ ਉਸ ਨੂੰ ਖਸਮ ਵੀ ਆਖਿਆ ਹੈ, ਮਾਲਕ ਵੀ ਆਖਿਆ। ਖਸਮ ਦਾ ਅਰਥ ਵੀ ਵੈਸੇ ਮਾਲਕ ਹੀ ਹੈ। ਤਾਂ ਮਹਾਰਾਜ ਸਾਹਿਬ ਜੀ ਅਨੇਕਾਂ ਨਾਵਾਂ ਦੇ ਨਾਲ, ਅਨੇਕਾਂ ਸੰਬੰਧਾਂ ਦੇ ਨਾਲ, ਅਨੇਕਾਂ ਰਿਸ਼ਤਿਆਂ ਦੇ ਨਾਲ ਉਸ ਨੂੰ ਸਿਮਰਦੇ। ਤੇ ਜਿੱਥੇ ਉਸ ਨੂੰ ਸੱਜਣ ਵੀ ਕਹਿੰਦੇ ਆ, ਉੱਥੇ ਸੱਚਾ ਪਾਤਸ਼ਾਹ ਵੀ ਕਹਿੰਦੇ। ਸੱਜਣ ਸੱਚਾ ਪਾਤ ਸਾਹੋ, ਸਿਰ ਸਾਹਾਂ ਦਾ ਸਾਹੋ, ਜਿਸ ਪਾਸ ਬੈਠਿਆ ਸੋਹੀ ਐ, ਸਭਨਾ ਦਾ ਵੇ ਸਾਹੋ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਇਕੱਲਾ ਪਿਤਾ ਹੀ ਨਹੀਂ ਆਖਿਆ, ਮਾਤਾ ਵੀ ਆਖਿਆ ਵੀ ਤੂੰ ਮੇਰੀ ਮਾਂ ਵੀ ਆ। ਜਿਵੇਂ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਵੀ ਫਰਮਾਇਆ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭ ਰਾਤਾ, ਕਿਲ ਵਿਕ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਅਨ ਕੋ ਸ਼ੈ ਕਰਤਾ। ਉਥੇ ਮਾਤਾ ਆਖਿਆ, ਪਿਤਾ ਆਖਿਆ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਵੇਖੋ ਰਿਸ਼ਤੇਦਾਰ ਵੀ ਆਖਿਆ ਤੂੰ ਹੀ ਹੈ ਮੇਰਾ, ਤੇ ਭਰਾ ਵੀ ਮੇਰਾ ਤੂੰ ਹੀ ਹੈ।
ਤੂੰ ਮੇਰਾ ਭਰਾਤਾ, ਰੱਬ ਨੂੰ ਭਰਾ ਵੀ ਆਖਿਆ ਹੈ। ਤੂੰ ਮੇਰਾ ਰਾਖਾ ਸਭਨੀ ਥਾਈ, ਤੇ ਉਹਨੂੰ ਪਹਿਰੇਦਾਰ ਵੀ ਆਖਿਆ। ਰਾਖਾ ਤੇ ਉਹੀ ਹੁੰਦਾ ਜਿਹੜਾ ਰੱਖਿਆ ਕਰਦਾ, ਵੀ ਤੂੰ ਮੇਰੀ ਰਾਖੀ ਕਰਨ ਵਾਲਾ ਵੀ ਹੈ। ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭਉ ਕੇਹਾ ਕਾੜਾ ਜੀ। ਤੇ ਉਹ ਪਹਿਰੇਦਾਰ ਬਣ ਵੀ ਜਾਂਦਾ ਹੈ, ਬਾਡੀਗਾਰਡ ਬਣ ਜਾਂਦਾ ਉਹ, ਪਰ ਬਣਦਾ ਉਹਦਾ ਜਿਹੜਾ ਉਹਦਾ ਬਣੇ। ਜਿਹੜਾ ਮਿੱਤਰ ਪਿਆਰੇ ਦਾ ਬਣੇ, ਫਿਰ ਮਿੱਤਰ ਪਿਆਰਾ ਵੀ ਉਹਦਾ ਬਣ ਜਾਂਦਾ ਹੈ। ਪਿਸ਼ੌਰ ਤੋਂ ਸੰਗਤ ਆਈ ਸ੍ਰੀ ਅਨੰਦਪੁਰ ਸਾਹਿਬ, ਸੰਗਤਾਂ ਨੇ ਨਮਸਕਾਰ ਕੀਤੀ ਤੇ ਇੱਕ ਬਾਲਕ ਆਇਆ ਸੰਗਤ ਦੇ ਵਿੱਚ। ਕਲਗੀਧਰ ਪਾਤਸ਼ਾਹ ਨੂੰ ਨਮਸਕਾਰ ਕੀਤੀ, ਫਤਿਹ ਗਜਾਈ। ਮਹਾਰਾਜ ਕਹਿੰਦੇ ਕਾਕਾ ਤੇਰਾ ਨਾਮ ਕੀ ਆ? ਕਹਿੰਦਾ ਮਹਾਰਾਜ ਜੋਗਾ ਸਿੰਘ। ਤੇ ਸਤਿਗੁਰੂ ਕਹਿੰਦੇ ਬੜਾ ਸੋਹਣਾ ਨਾਮ ਹੈ ਜੋਗਾ ਸਿੰਘ। ਤੇ ਜੋਗਾ ਕਿਹਦੇ ਜੋਗਾ? ਸੁਭਾਵਿਕ ਹੀ ਵਚਨ ਕੀਤਾ ਵੀ ਜੋਗਾ ਸਿੰਘ ਕਿਹਦੇ ਜੋਗਾ? ਤੇ ਭਾਈ ਜੋਗਾ ਸਿੰਘ ਦੇ ਮੁਖ ਚੋਂ ਸੁਭਾਵਿਕ ਹੀ ਨਿਕਲ ਗਿਆ ਮਹਾਰਾਜ ਜੋਗਾ ਸਿੰਘ ਗੁਰੂ ਜੋਗਾ, ਸ੍ਰੀ ਗੁਰੂ ਗੋਬਿੰਦ ਸਿੰਘ ਜੋਗਾ। ਤੇ ਮਹਾਰਾਜ ਕਹਿੰਦੇ ਜੇ ਜੋਗਾ ਸਿੰਘ ਗੁਰੂ ਗੋਬਿੰਦ ਸਿੰਘ ਜੋਗਾ ਤੇ ਗੁਰੂ ਗੋਬਿੰਦ ਸਿੰਘ ਫਿਰ ਜੋਗਾ ਸਿੰਘ ਜੋਗਾ। ਇਸ ਤਰ੍ਹਾਂ ਪਿਆਰ ਦੇ ਬਚਨ ਹੋ ਗਏ। ਇਹਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਰਚਨਾ ਵਿੱਚ ਇਸ ਤਰ੍ਹਾਂ ਆਖਿਆ ਵੀ ਜੇ ਸਿੱਖ ਗੁਰੂ ਸਾਹਿਬ ਵੱਲੇ ਇੱਕ ਕਦਮ ਪੁੱਟਦਾ ਤੇ ਸਤਿਗੁਰੂ ਕਰੋੜਾਂ ਕਦਮ ਸਿੱਖ ਵੱਲੇ ਪੁੱਟਦੇ ਆ। ਜੇ ਸਿੱਖ ਇੱਕ ਵਾਰੀ ਗੁਰੂ ਸਾਹਿਬ ਨੂੰ ਚੇਤੇ ਕਰਦਾ ਤੇ ਸਤਿਗੁਰੂ ਕਰੋੜਾਂ ਵਾਰੀ ਸਿੱਖ ਨੂੰ ਚੇਤੇ ਕਰਦੇ ਆ। ਜੇ ਸਿੱਖ ਇੱਕ ਕੌਡੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਭੇਟ ਕਰਦਾ ਤੇ ਸਤਿਗੁਰੂ ਸਾਰੇ ਖਜ਼ਾਨੇ ਸਿੱਖ ਨੂੰ ਦੇ ਦਿੰਦੇ ਆ। ਭਾਈ ਸਾਹਿਬ ਜੀ ਦਾ ਬਚਨ ਹੈ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ। ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, 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 ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ। ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ, ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰਾਖੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ। ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ, ਸਮਾਂ ਲੰਘਿਆ, ਜੋਗਾ ਸਿੰਘ ਵਾਪਸ ਆਪਣੇ ਘਰੇ ਜਾਂਦਾ ਹੈ। ਮਾਤਾ ਪਿਤਾ ਲੈ ਕੇ ਜਾਂਦੇ ਮਹਾਰਾਜ ਸਾਹਿਬ ਜੀ ਦੇ ਪਾਸੋਂ। ਭਾਈ ਜੋਗਾ ਸਿੰਘ ਦਾ ਵਿਆਹ ਕਰਨਾ, ਮਹਾਰਾਜ ਹੁਣ ਇਹਨੂੰ ਛੁੱਟੀ ਦੇ ਦਿਓ। ਵਾਪਸ ਲੈ ਕਰਕੇ ਜਾਂਦੇ ਆ, ਵਿਆਹ ਕਰਦੇ ਆ। ਵਿਆਹ ਰਚਿਆ ਹੋਇਆ। ਇੱਧਰੋਂ ਕਲਗੀਧਰ ਪਾਤਸ਼ਾਹ ਨੇ ਫਿਰ ਚਿੱਠੀ ਲਿਖੀ ਕਿ ਜੋਗਾ ਸਿੰਘ ਜਦੋਂ ਚਿੱਠੀ ਤੇਰੇ ਪਾਸ ਪਹੁੰਚੇ ਉਦੋਂ ਹੀ ਚਿੱਠੀ ਨੂੰ ਵੇਖ ਕੇ ਅਨੰਦਪੁਰ ਸਾਹਿਬ ਚੱਲ ਪੈਣਾ। ਭਾਈ ਜੋਗਾ ਸਿੰਘ ਜੀ ਦਾ ਜਿਸ ਦਿਨ ਵਿਆਹ ਹੋਇਆ ਉਸ ਦਿਨ ਚਿੱਠੀ ਪਹੁੰਚੀ ਹੈ। ਵਿਆਹ ਕਾਰਜ ਹੋ ਗਿਆ ਤੇ ਚਿੱਠੀ ਜਿਸ ਵੇਲੇ ਪੜ੍ਹੀ ਹੈ ਤੇ ਫਿਰ
ਵਿਆਹ ਕਰਾਉਣ ਵਾਲੇ ਦਿਨ ਹੀ, ਜਿਸ ਦਿਨ ਭਾਈ ਸਾਹਿਬ ਦਾ ਆਨੰਦ ਕਾਰਜ ਹੋਇਆ, ਉਸੇ ਦਿਨ ਹੀ ਫਿਰ ਅਨੰਦਪੁਰ ਸਾਹਿਬ ਨੂੰ ਚੱਲ ਪਿਆ। ਰਸਤੇ ਵਿੱਚ ਆਉਂਦਿਆਂ ਆਉਂਦਿਆਂ ਥੋੜਾ ਜਿਹਾ ਮਾਣ ਵੀ ਮਨ ਵਿੱਚ ਆ ਗਿਆ ਕਿ ਐਸਾ ਵੀ ਕੋਈ ਸਿੱਖ ਹੋਊਗਾ ਵੀ ਅੱਜ ਹੀ ਵਿਆਹ ਹੋਇਆ ਹੈ ਤੇ ਡੋਲਾ ਘਰੇ ਛੱਡ ਕਰਕੇ ਤੇ ਉਸੇ ਮੌਕੇ ਤੇ ਗੁਰੂ ਸਾਹਿਬ ਦੀ ਆਗਿਆ ਮੰਨ ਕੇ ਤੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਚੱਲਿਆ। ਉਹ ਮਾਣ ਜਦੋਂ ਥੋੜਾ ਜਿਹਾ ਆਇਆ ਤੇ ਰਸਤੇ ਦੇ ਵਿੱਚ ਭਰਮ ਗਿਆ। ਹੁਸ਼ਿਆਰਪੁਰ ਆ ਕਰਕੇ ਵੇਸਵਾ ਦੇ ਦੁਆਰੇ ਵੱਲ ਨੂੰ ਜਾਣ ਲੱਗ ਪਿਆ। ਫਿਰ ਉੱਥੇ ਕਲਗੀਧਰ ਪਾਤਸ਼ਾਹ ਨੇ ਆਪ ਸਾਰੀ ਰਾਤ ਪਹਿਰਾ ਦਿੱਤਾ। ਅੱਗੇ ਖਲੋਤਾ ਬਰਛਾ ਲੈ ਕੇ ਨਿਹੰਗ ਸਿੰਘ, ਜਦੋਂ ਜਾਂਦਾ ਜੋਗਾ ਸਿੰਘ ਉਧਰ ਨੂੰ ਤੇ ਉਹ ਬਰਛਾ ਖੜਕਾ ਕੇ ਕਹਿੰਦੇ, ਤੂੰ ਸਿੰਘ ਆ, ਤੂੰ ਇੱਧਰ ਕਿੱਧਰ ਮੂੰਹ ਚੁੱਕਿਆ, ਤੂੰ ਕਿੱਧਰ ਤੁਰਿਆ ਜਾਂਦਾ, ਸਿੰਘਾਂ ਦਾ ਕੰਮ ਨਹੀਂ ਇੱਧਰ ਹੁੰਦਾ, ਤੂੰ ਤਾਂ ਗੁਰੂ ਦਾ ਸਿੰਘ ਲੱਗਦਾ। ਉਹ ਰਾਤ ਕਈ ਵਾਰੀ ਮੋੜਿਆ। ਜਦੋਂ ਦਿਨ ਚੜ੍ਹ ਗਿਆ ਤੇ ਫਿਰ ਸਾਰੀ ਰਾਤ ਇੱਧਰ ਚੱਕਰ ਲਾਉਂਦਾ ਰਿਹਾ। ਫਿਰ ਅਨੰਦਪੁਰ ਸਾਹਿਬ ਨੂੰ ਚੱਲ ਪਿਆ। ਹੁਣ ਕਲਗੀਧਰ ਪਾਤਸ਼ਾਹ ਮਹਾਰਾਜ ਸਾਰੀ ਰਾਤ ਪਹਿਰਾ ਦੇ ਕੇ ਇੱਥੇ ਹੱਥ ਵਿੱਚ ਬਰਛਾ ਲੈ ਕੇ ਪਹਿਰੇਦਾਰ ਬਣ ਕੇ ਫਿਰ ਉਧਰ ਅੰਮ੍ਰਿਤ ਵੇਲੇ, ਕਿਉਂਕਿ ਮਹਾਰਾਜ ਦੀ ਕਲਾ ਐਸੀ ਹੈ, ਅਣਖ ਰੂਪ ਖਿਨ ਮਾਹੇ ਕੁਦਰਤ ਧਾਰਦਾ। ਅਨੇਕਾਂ ਰੂਪ ਧਾਰ ਲੈਂਦੇ ਆ ਗੁਰੂ ਸਾਹਿਬ ਇੱਕ ਛਿਣ ਦੇ ਵਿੱਚ ਹੀ, ਵੀ ਇਹ ਮਹਾਰਾਜ ਦੀ ਕਲਾ ਹੈ। ਇਹ ਸਾਰੇ ਸਰੂਪਾਂ ਦੇ ਵਿੱਚ ਇਹ ਦਰਸ਼ਨ ਕਰ ਸਕਦੇ ਹਾਂ ਇਤਿਹਾਸ ਦੇ ਵਿੱਚੋਂ ਆਪਾਂ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪਣੇ ਘਰੇ ਰਾਏ ਭੋਏ ਦੀ ਤਲਵੰਡੀ ਬਰਾਜੇ ਹੋਏ ਆ। ਮਾਤਾ ਤ੍ਰਿਪਤਾ ਜੀ ਕਹਿੰਦੇ ਆ ਕਿ ਜਾਂ ਦਾਸੀ ਨੂੰ ਕਹਿੰਦੇ, ਜਾ ਪੁੱਤਰ ਨਾਨਕ ਨੂੰ ਉਠਾ ਕੇ ਲਿਆ, ਪ੍ਰਸ਼ਾਦਾ ਤਿਆਰ ਹੋ ਗਿਆ। ਚਾਦਰ ਲੈ ਕੇ ਬਰਾਜੇ ਹੋਏ ਸੀ, ਇਕੱਲਾ ਚਰਨ ਹੀ ਨੰਗਾ ਸੀ। ਤੇ ਦਾਸੀ ਨੇ ਜਦੋਂ ਵੇਖਿਆ ਚਰਨ ਨੰਗਾ ਹੈ, ਮਹਾਰਾਜ ਦੀ ਮਹਿਮਾ ਤੇ ਰੋਜ਼ ਸੁਣਦੀ ਰਹਿੰਦੀ ਸੀ ਨਗਰ ਦੇ ਵਿੱਚ। ਭਾਗ ਜਾਗੇ ਤੇ ਮਹਾਰਾਜ ਸਾਹਿਬ ਦੇ ਚਰਨਾਂ ਦਾ ਅੰਗੂਠਾ ਆਪਣੇ ਮੁਖ ਵਿੱਚ ਪਾ ਲਿਆ ਦਾਸੀ ਨੇ, ਕਿ ਉਹ ਹਿਲਾ ਕੇ ਕੀ ਠਾਉਣਾ ਵਾ, ਜਦੋਂ ਚਰਨਾਂ ਨਾਲ ਸਪਰਸ਼ ਹੋਊਗਾ ਮੇਰੇ ਮੁਖ ਦਾ ਤੇ ਉੱਠ ਪੈਣਗੇ। ਜਦੋਂ ਮੁਖ ਵਿੱਚ ਚਰਨਾਂ ਦਾ ਅੰਗੂਠਾ ਪਾਇਆ ਨਾ ਤੇ ਐਸੀ ਕਲਾ ਵਰਤੀ, ਐਸਾ ਕੌਤਕ ਵੇਖਿਆ। ਇਧਰ ਮੰਜੇ ਤੇ ਵੀ ਬਰਾਜੇ ਪਏ ਆ ਤੇ ਉਧਰ ਸਮੁੰਦਰ ਦੇ ਵਿੱਚ ਮਨਸੁਖ ਸ਼ਾਹੂਕਾਰ ਦਾ ਜਹਾਜ਼ ਵੀ ਬੰਨੇ ਲਾਉਂਦੇ ਪਏ। ਅਣਖ ਰੂਪ ਖਿਨ ਮਾਹੇ ਕੁਦਰਤ ਧਾਰਦਾ। ਕਿਉਂਕਿ ਜੇ ਤਾਂ ਇੱਕੋ ਸਰੂਪ ਵਿੱਚ ਹੀ ਗੁਰੂ ਸਾਹਿਬ ਰਹਿਣ ਤੇ ਲੱਖਾਂ ਕਰੋੜਾਂ ਸਿੱਖਾਂ ਦੀਆਂ ਅਰਦਾਸਾਂ ਕਿਵੇਂ ਪੂਰੀਆਂ ਕਰਨ, ਲੱਖਾਂ ਕਰੋੜਾਂ ਸਿੱਖਾਂ ਦੀ ਲੋਕ ਵਿੱਚ ਕਿਵੇਂ ਸਹਾਇਤਾ ਕਰਨ ਤੇ ਪਰਲੋਕ ਵਿੱਚ ਕਿਵੇਂ ਸਹਾਇਤਾ ਕਰਨ। ਇਹ ਮਹਾਰਾਜ ਸਾਹਿਬ ਜੀ ਦੀ ਐਸੀ ਬੇਅੰਤ ਸ਼ਕਤੀ ਆ ਜਿਹਦਾ ਥਾਂ ਨਹੀਂ ਪਾਇਆ ਜਾ ਸਕਦਾ। ਉਧਰ ਸ੍ਰੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਵੀ ਭੋਰੇ ਵਿੱਚ ਚੌਂਕੜਾ ਲਾ ਕੇ ਬੈਠੇ ਆ ਤੇ ਉਧਰ ਸਮੁੰਦਰ ਦੇ ਵਿੱਚ ਮੱਖਣ ਸ਼ਾਹ ਲਵਾਣੇ ਦਾ ਬੇੜਾ ਵੀ ਬੰਨੇ ਲਾਉਂਦੇ ਪਏ। ਇਧਰ ਆਨੰਦਪੁਰ ਸਾਹਿਬ ਵੀ ਸੰਗਤਾਂ ਨੂੰ ਦਰਸ਼ਨ ਦਿੰਦੇ ਪਏ ਆ ਤੇ ਸਾਰੀ ਰਾਤ ਭਾਈ ਜੋਗਾ ਸਿੰਘ ਨੂੰ ਵੀ ਪਾਪ ਦੀ ਅੱਗ ਵਿੱਚੋਂ ਬਚਾਉਣ ਵਾਸਤੇ ਬਰਛਾ ਫੜ ਕੇ ਪਹਿਰੇਦਾਰ ਬਣ ਕੇ ਵੀ ਖਲੋਤੇ ਆ ਹੁਸ਼ਿਆਰਪੁਰ। ਜਦੋਂ ਸਾਰੀ ਰਾਤ ਇਧਰ ਪਹਿਰਾ ਦਿੱਤਾ, ਦਿਨ ਚੜ੍ਹੇ ਤੋਂ ਗਿਆ ਹੈ ਜੋਗਾ ਸਿੰਘ, ਜਾ ਮਹਾਰਾਜ ਨੂੰ ਨਮਸਕਾਰ ਕੀਤੀ। ਸਤਿਗੁਰਾਂ ਦੇ ਨੇਤਰ ਲਾਲ ਹੋਏ ਪਏ, ਇਹਨੇ ਵੇਖੇ ਆ। ਬੇਨਤੀ ਕੀਤੀ, ਮਹਾਰਾਜ ਨੇਤਰ ਬੜੇ ਲਾਲ ਆ। ਤੇ ਸਤਿਗੁਰੂ ਜੀ ਨੇ ਸਿੱਧਾ ਤਾਂ ਨਹੀਂ ਆਖਿਆ, ਪਰਦਾ ਵੀ ਰੱਖਿਆ ਸਿੱਖ ਦਾ। ਰੱਖਿਆ ਕੀਤੀ, ਗੁਰੂ ਸਾਹਿਬ ਪਰਦਾ ਕੱਜਦੇ ਆ, ਸੰਸਾਰ ਪਰਦਾ ਚੁੱਕਦਾ ਵਾ। ਤਾਂ ਹੀ ਬਾਣੀ ਚ ਆਖਿਆ ਨਾ, ਸਤਿਗੁਰ ਢਾਕ ਲਿਆ ਮੋਹੇ ਪਾਪੀ ਪੜਦਾ। ਜਿਹੜਾ ਸਤਿਗੁਰੂ ਜੀ ਦਾ ਬਣ ਜਾਂਦਾ, ਸਤਿਗੁਰੂ ਪਾਪ ਵੀ ਦੂਰ ਕਰ ਦਿੰਦੇ ਆ ਤੇ ਪਰਦਾ ਵੀ ਕੱਜ ਦਿੰਦੇ ਆ, ਪਾਪੀਆਂ ਨੂੰ ਪਵਿੱਤਰ ਵੀ ਕਰਦੇ ਆ। ਤੇ ਫੇਰ ਮਹਾਰਾਜ ਸਾਹਿਬ ਜੀ ਪਵਿੱਤਰ ਕਰਕੇ ਉਹਦੇ ਤੇ ਪਰਦਾ ਵੀ ਪਾਉਂਦੇ ਆ। ਪਰ ਸੰਸਾਰ ਜਿਹੜਾ ਇਹ ਪਰਦੇ ਚੁੱਕਦਾ ਹੈ। ਅਰਦਾਸ ਦੇ ਵਿੱਚ ਇੱਕ ਆਪਾਂ ਇਹ ਵੀ ਪੰਕਤੀ ਪੜ੍ਹਦੇ ਆ ਵੀ ਉਹਨਾਂ ਨੂੰ ਵੀ ਚੇਤੇ ਕਰਦੇ ਜਿਨ੍ਹਾਂ ਨੇ ਦੇਖ ਕੇ ਅਣਡਿੱਠ ਕੀਤਾ। ਵੇਖ ਸਭ ਕੁਝ ਲਿਆ, ਸਮਝਾ ਦਿੱਤਾ, ਪਰ ਅੱਗੇ ਭੰਡੀ ਪ੍ਰਚਾਰ ਨਹੀਂ ਕੀਤਾ। ਪਰ ਐਸਾ ਵੀ ਸੰਸਾਰ ਵਿੱਚ ਚੱਲਦਾ ਹੈ ਕਿ ਥੋੜਾ ਜਿਹਾ ਕੋਈ ਔਗਣ ਵੇਖ ਕੇ ਉਹਦਾ ਫਿਰ ਭੰਡੀ ਪ੍ਰਚਾਰ ਜ਼ਿਆਦਾ ਕੀਤਾ ਜਾਂਦਾ ਹੈ। ਔਗਣ ਦੂਰ ਕਰਨਾ ਚਾਹੀਦਾ ਹੈ, ਪਰ ਨਾਲੇ ਪਰਦਾ ਵੀ ਸਿੱਖ ਦਾ ਰੱਖਣਾ ਚਾਹੀਦਾ ਹੈ। ਮਹਾਰਾਜ ਸਾਹਿਬ ਜੀ ਸਿੱਖ ਦਾ ਪਰਦਾ ਰੱਖਦੇ। ਤੇ ਜਦੋਂ ਬੇਨਤੀ ਕੀਤੀ, ਮਹਾਰਾਜ ਅੱਖਾਂ ਬੜੀਆਂ ਲਾਲ, ਨੇਤਰ ਬੜੇ ਲਾਲ ਹੋਏ ਪਏ। ਕਹਿੰਦੇ ਕਿਸੇ ਸਿੱਖ ਨੇ ਰਾਤ ਨਾ ਸਾਨੂੰ ਸਾਰੀ ਰਾਤ ਜਗਾਇਆ ਵਾ।
ਵੇਸਵਾ ਦੁਆਰੇ ਵੱਲ ਨੂੰ ਜਾਂਦਾ ਸੀ, ਮੁੜ ਮੁੜ ਕੇ ਸਾਰੀ ਰਾਤ ਉਹਦਾ ਪਹਿਰਾ ਦਿੰਦੇ ਰਹੇ। ਪਤਾ ਲੱਗ ਗਿਆ ਵੀ ਉਹ ਸਿੱਖ ਹੋਰ ਤੇ ਨਹੀਂ ਕੋਈ, ਉਹ ਤਾਂ ਮੈਂ ਹੀ ਆ। ਮਹਾਰਾਜ ਦੇ ਚਰਨਾਂ ਤੇ ਢਹਿ ਪਿਆ ਭਾਈ ਜੋਗਾ ਸਿੰਘ। ਕਹਿਣ ਤੋਂ ਭਾਵ ਇਹ ਵੀ ਜਿਹੜਾ ਗੁਰੂ ਸਾਹਿਬ ਜੀ ਦਾ ਬਣ ਜਾਂਦਾ, ਫਿਰ ਗੁਰੂ ਸਾਹਿਬ ਵੀ ਉਹਦੇ ਬਣਦੇ ਆ। ਜਿਹੜਾ ਮਿੱਤਰ ਪਿਆਰੇ ਦਾ ਬਣਦਾ ਹੈ, ਮਿੱਤਰ ਪਿਆਰਾ ਵੀ ਫਿਰ ਉਹਦੀ ਰੱਖਿਆ ਕਰਦੇ ਆ, ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ। ਤਾਂ ਹੀ ਫਿਰ ਕਿਸੇ ਗੁਰਮੁਖ ਨੇ ਲਿਖਿਆ ਨਾ ਕਿ ਗੁਰੂ ਜੀ ਦੀ ਲੋੜ ਹੋਵੇ, ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਪਿਤਾ ਮਾਤਾ ਗੁਜਰੀ ਦੇ ਲਾਲ ਜੀ। ਸਾਰੀ ਰਾਤ ਪਹਿਰਾ ਦੇਵੇ, ਆਪ ਚੌਕੀਦਾਰ ਹੋ ਕੇ, ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਉਬਾਰ ਜੀ। ਪਾਪ ਦੀ ਅੱਗ ਵਿੱਚੋਂ ਸਿੱਖ ਨੂੰ ਬਚਾਇਆ। ਤਾਂ ਐਸੇ ਮਿੱਤਰ ਪਿਆਰੇ ਪ੍ਰਭੂ ਹਨ, ਵਾਹਿਗੁਰੂ ਜੀ ਹਨ। ਕਲਗੀਧਰ ਪਾਤਸ਼ਾਹ ਨੇ ਵੀ ਮਾਛੀਵਾੜੇ ਦੇ ਜੰਗਲ ਵਿੱਚ ਵਾਹਿਗੁਰੂ ਨੂੰ ਮਿੱਤਰ ਪਿਆਰਾ ਆਖ ਕੇ ਸੰਬੋਧਨ ਕੀਤਾ ਸੀ। ਉੱਥੇ ਆਪ ਜੀ ਨੇ ਉਚਾਰਨ ਕੀਤਾ, ਖਿਆਲ ਪਾਤਸ਼ਾਹੀ ਦਸਵੀਂ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਇਹ ਵਾਹਿਗੁਰੂ ਨੂੰ ਆਖਿਆ ਮਿੱਤਰ ਪਿਆਰਾ। ਅਖੀਰਲੀ ਪੰਕਤੀ 'ਚ ਯਾਰ ਆਖਿਆ, ਯਾਰੜਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ। ਤਾਂ ਮਹਾਰਾਜ ਸਾਹਿਬ ਜੀ ਇੱਥੇ ਕਹਿੰਦੇ ਆ, ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ। ਮਿੱਤਰ ਪਿਆਰਾ ਵਾਹਿਗੁਰੂ ਹੈ, ਪਰਮੇਸ਼ਰ ਹੈ। ਉਸ ਵਾਹਿਗੁਰੂ ਜੀ ਨੂੰ, ਮਿੱਤਰ ਪਿਆਰੇ ਨੂੰ ਇਹ ਜੀਵ ਰੂਪ ਇਸਤਰੀ ਕਹਿੰਦੀ ਹੈ ਕਿ ਮੈਂ ਛੱਡ ਦਿੱਤਾ ਹੈ, ਮੈਂ ਉਸ ਨੂੰ ਗਵਾ ਦਿੱਤਾ ਹੈ। ਮੈਂ ਦੇ ਵਿੱਚ ਪੈ ਕੇ, ਹਉਮੈ ਵਿੱਚ ਪੈ ਕਰਕੇ ਮੈਂ ਉਸ ਨੂੰ ਛੱਡ ਦਿੱਤਾ, ਤਿਆਗ ਦਿੱਤਾ ਹੈ। ਗਵਾਉਣਾ ਕੀ ਹੈ? ਉਸ ਨੂੰ ਭੁਲਾ ਦਿੱਤਾ ਹੈ, ਤੇ ਆਪਣੇ ਮਨੁੱਖਾ ਜਨਮ ਨੂੰ ਮੈਂ ਗਵਾ ਲਿਆ ਹੈ। ਰੰਗ ਸੁੰਭੈ ਭੁੱਲੀ। ਕਿਵੇਂ ਭੁੱਲ ਗਈ? ਕਿਵੇਂ ਮਿੱਤਰ ਪਿਆਰੇ ਆਪਣੇ ਪ੍ਰਮਾਤਮਾ ਪਤੀ ਨੂੰ ਮੈਂ ਤਿਆਗ ਦਿੱਤਾ? ਕਿਉਂਕਿ ਮੈਂ ਕੁਸੁੰਬੇ ਰੰਗਾਂ ਵਿੱਚ ਪੈ ਗਈ, ਚਮਕਦੇ ਦਮਕਦੇ ਰੰਗਾਂ ਵਿੱਚ ਪੈ ਗਈ। ਇਹ ਕੁਸੁੰਬੇ, ਇਹ ਭੜਕੀਲੇ ਰੰਗਾਂ ਵਿੱਚ ਪੈ ਕਰਕੇ ਮੈਂ ਭੁੱਲ ਗਈ। ਮੈਂ ਆ ਕੱਪੜਿਆਂ ਦੇ ਰੰਗਾਂ ਦੇ ਵਿੱਚ ਹੀ ਮੋਹਤ ਹੋ ਗਈ, ਤੇ ਕੱਪੜਿਆਂ ਨਾਲ ਪ੍ਰੇਮ ਪਾ ਬੈਠੀ, ਤੇ ਪਤੀ ਦਾ ਪਿਆਰ ਹੀ ਭੁਲਾ ਦਿੱਤਾ। ਪਰਮਾਤਮਾ ਪਤੀ ਨੂੰ ਭੁਲਾ ਹੀ ਦਿੱਤਾ, ਤੇ ਆ ਮਾਇਆ ਰੂਪੀ ਜਿਹੜੇ ਵਸਤਰ, ਮਾਇਆ ਰੂਪੀ ਜਿਹੜੇ ਰੰਗ ਸੀ, ਮਾਇਆ ਦੇ ਕੁਸੁੰਬੇ ਰੰਗ। ਕੁਸੁੰਬੇ ਦਾ ਰੰਗ ਹੁੰਦਾ ਜਿਹੜਾ ਡੱਬ ਖੜੱਬਾ ਜਿਹਾ ਹੋ ਜਾਵੇ, ਜਿਹੜਾ ਕੱਚਾ ਹੁੰਦਾ, ਜਿਹੜਾ ਲਹਿ ਜਾਣ ਵਾਲਾ, ਪੱਤਿਆਂ ਚੋਂ ਲਿਆ ਹੋਇਆ ਰੰਗ। ਇਹ ਮਾਇਆ ਪਦਾਰਥਾਂ ਦੇ ਰੰਗਾਂ ਦੇ ਵਿੱਚ ਮੈਂ ਜੀਵ ਰੂਪ ਇਸਤਰੀ ਭੁੱਲ ਗਈ। ਇਸ ਕਰਕੇ ਪਦਾਰਥਾਂ ਵਿੱਚ ਹੀ ਖਚਤ ਹੋ ਗਈ, ਮਾਇਆ ਵਿੱਚ ਹੀ ਖਚਤ ਹੋ ਗਈ, ਤੇ ਮੈਂ ਆਪਣੇ ਮਿੱਤਰ ਪਿਆਰੇ ਨੂੰ ਛੱਡ ਦਿੱਤਾ, ਉਹਦਾ ਸਿਮਰਨ ਭਜਨ ਤਿਆਗ ਦਿੱਤਾ। ਓ ਸੱਜਣ ਕੀ ਮੈਂ ਕੀਮ ਨਾ ਪਾਉਦੀ। ਹੇ ਪ੍ਰਭੂ, ਤੁਸੀਂ ਤਾਂ ਮੇਰੇ ਸੱਜਣ ਹੋ, ਪਰ ਤੋ ਸੱਜਣ ਕੀ, ਆਪ ਸੱਜਣ ਦੀ, ਆਪ ਜੀ ਦੀ ਮੈਂ ਕੀਮ ਨਾ ਪਾਉਂਦੀ, ਮੈਂ ਕੀਮਤ ਨਹੀਂ ਪਾਈ ਹੈ। ਮੈਂ ਨਹੀਂ ਪਾਉਂਦੀ ਹਾਂ ਆਪ ਜੀ ਦੀ ਕੀਮਤ, ਮੈਂ ਨਹੀਂ ਆਪ ਜੀ ਦੀ ਵਡਿਆਈ ਜਾਣਦੀ ਹਾਂ, ਮੈਂ ਨਹੀਂ ਆਪ ਜੀ ਦਾ ਸਿਮਰਨ ਭਜਨ ਕਰਦੀ ਹਾਂ, ਮੈਂ ਆਪ ਜੀ ਦੀ ਕੀਮਤ ਹੀ ਨਹੀਂ ਪਾਉਂਦੀ ਹਾਂ। ਓ ਤੁਧ ਬਿਨਾ ਅੱਡ ਨਾ ਲਹਿਦੀ। ਪਰ ਮੈਂ ਤੇਰੇ ਤੋਂ ਬਿਨਾ, ਹੇ ਮਿੱਤਰ ਪਿਆਰੇ ਜੀ, ਹੇ ਮੇਰੇ ਸੱਜਣ ਪ੍ਰਭੂ ਜੀ, ਤੇਰੇ ਤੋਂ ਬਿਨਾ ਅੱਡ ਅੱਧੀ ਕੌਡੀ ਵੀ ਮੇਰਾ ਮੁੱਲ ਨਹੀਂ ਹੈ। ਅੱਡ ਨਾਮ ਅੱਧੀ ਕੌਡੀ ਦਾ ਵੀ ਹੈ, ਤੇ ਅੱਡ ਨਾਮ ਕੌਡੀ ਦਾ ਵੀ ਹੈ। ਇੱਕ ਕੌਡੀ ਵੀ ਮੇਰੀ ਕੀਮਤ ਨਹੀਂ ਹੈ, ਇੱਕ ਕੌਡੀ ਵੀ ਮੈਨੂੰ ਪ੍ਰਾਪਤ ਨਹੀਂ ਹੁੰਦੀ ਹੈ ਤੇਰੇ ਤੋਂ ਬਿਨਾ। ਭਾਵ ਮੇਰੀ ਸਾਰ ਨਹੀਂ ਹੈ ਤੇਰੇ ਤੋਂ ਬਿਨਾ, ਮੇਰੀ ਵੀ ਕੋਈ ਕੀਮਤ ਨਹੀਂ ਹੈ ਤੇਰੇ ਤੋਂ ਬਿਨਾ। ਪ੍ਰਭੂ ਅੰਦਰ ਹੈ, ਉਹਦੀ ਜੋਤ ਅੰਦਰ ਹੈ, ਤੇ ਸਰੀਰ ਵੀ ਚੱਲਦਾ ਫਿਰਦਾ ਹੈ। ਉਸ ਸੱਜਣ ਤੋਂ, ਮਿੱਤਰ ਪਿਆਰੇ ਤੋਂ ਬਿਨਾ ਇਹ ਕੌਡੀ ਦਾ ਨਹੀਂ ਹੈ ਸਰੀਰ। ਤੁਧ ਬਿਨ ਅੱਡ ਨਾ ਲਹਿਦੀ, ਤੇਰੇ ਤੋਂ ਬਿਨਾ ਮੈਂ ਕੌਡੀ ਵੀ ਪ੍ਰਾਪਤ ਨਹੀਂ ਕਰ ਸਕਦੀ ਹਾਂ। ਮਹੱਲਾ ਪੰਜਵਾ। ਅਗਲੇ ਸ਼ਲੋਕ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹੋਰ ਬਖਸ਼ਿਸ਼ ਕਰਦੇ ਹਨ। ਸਾਸਨ ਰਾਇਣ ਨਾਨਕ ਜੀਓ ਸਸੁਰਾ ਵਾਦੀ। ਜਿਵੇਂ ਪਤੀ ਤੇ ਪਤਨੀ ਦੇ ਅਲੰਕਾਰ ਦੁਆਰਾ ਸਤਿਗੁਰੂ ਜੀ ਉਪਦੇਸ਼ ਦੇ ਰਹੇ ਆ।
ਕਿ ਸਹੁਰਾ ਵੀ ਝਗੜਾ ਕਰਨ ਵਾਲਾ ਹੋਵੇ, ਸੱਸ ਵੀ ਝਗੜਾ ਕਰਨ ਵਾਲੀ ਹੋਵੇ, ਜੇਠ ਵੀ ਘਰ ਵਿੱਚ ਝਗੜਾ ਕਰਦਾ ਹੋਵੇ, ਤੇ ਫਿਰ ਉਸ ਇਸਤਰੀ ਵਾਸਤੇ ਬੜਾ ਕਠਿਨ ਹੋ ਜਾਂਦਾ ਹੈ ਆਪਣਾ ਜੀਵਨ ਬਤੀਤ ਕਰਨਾ। ਪਰ ਜੇ ਪਤੀ ਉਹਦੇ ਵੱਲ ਹੋਵੇ, ਜੇ ਪਤੀ ਦਾ ਪਿਆਰ ਮਿਲਦਾ ਹੋਵੇ, ਤੇ ਫਿਰ ਸੱਸ ਸਹੁਰਾ ਤੇ ਜੇਠ ਕੁਝ ਨਹੀਂ ਕਰ ਸਕਦੇ। ਇੱਥੇ ਪਤੀ ਆਖਿਆ ਹੈ ਪ੍ਰਮਾਤਮਾ ਨੂੰ, ਜੀਵ ਰੂਪ ਇਸਤਰੀ ਨੂੰ ਆਖਿਆ ਹੈ ਇਸਤਰੀ, ਪ੍ਰਮਾਤਮਾ ਇਹਦਾ ਪਤੀ ਹੈ। ਤੇ ਪਹਿਲਾਂ ਸੱਸ ਦਾ ਜ਼ਿਕਰ ਕੀਤਾ ਵੀ ਸੱਸ ਵਿਰਾਇਣ ਨਾਨਕ ਜੀਓ। ਇਹ ਜੀਵ ਦੀ ਸੱਸ ਵੈਰਨ ਹੋ ਗਈ ਹੈ, ਵਿਰਾਇਣ ਵੈਰਨ ਹੋ ਗਈ, ਸੱਸ ਵੈਰਨ ਹੈ। ਉਹ ਸੱਸ ਕਿਹੜੀ ਹੈ? ਅਵਿਦਿਆ ਰੂਪੀ ਸੱਸ, ਬੇਸਮਝੀ ਰੂਪੀ ਸੱਸ, ਜਿਹੜੀ ਸਾਨੂੰ ਅਵਿਦਿਆ ਚਿੰਬੜੀ ਹੋਈ ਹੈ, ਜਿਸ ਨੂੰ ਮਾਇਆ ਵੀ ਆਖਿਆ ਹੈ, ਅਵਿਦਿਆ ਵੀ ਆਖਿਆ ਹੈ, ਜਿਸ ਨੇ ਸਾਡੇ ਤੇ ਪਰਦਾ ਪਾਇਆ ਹੋਇਆ ਹੈ, ਸਾਨੂੰ ਬੇਸਮਝੀ ਵਿੱਚ ਰੱਖਿਆ ਹੋਇਆ ਹੈ, ਸਾਨੂੰ ਸੰਸਾਰ ਦੇ ਪਦਾਰਥਾਂ ਵਿੱਚ ਮੋਹਿਤ ਕੀਤਾ ਹੋਇਆ ਹੈ ਤੇ ਪ੍ਰਮਾਤਮਾ ਵੱਲੋਂ ਭੁਲਾਇਆ ਹੋਇਆ ਹੈ, ਉਹਨੂੰ ਸੱਸ ਆਖਿਆ ਹੈ। ਉਹ ਅਵਿਦਿਆ ਰੂਪੀ ਸੱਸ ਵੈਰਨ ਹੋ ਰਹੀ ਹੈ ਜੀਵ ਰੂਪੀ ਇਸਤਰੀ ਦੀ, ਇਹ ਪਤਨੀ ਦੀ। ਇਸ ਨੇ ਪ੍ਰਮਾਤਮਾ ਦੇ ਨਾਲੋਂ, ਪਤੀ ਦੇ ਨਾਲੋਂ ਸਾਂਝ ਤੋੜ ਦਿੱਤੀ ਹੈ। ਅਵਿਦਿਆ ਰੂਪੀ ਸੱਸ ਵੈਰਨ ਹੈ। ਜਿਤ ਆਲੂ ਹੈ ਤੇ ਸਸੁਰਾਵਾਦੀ ਜਿਹੜਾ ਸਹੁਰਾ ਹੈ, ਉਹ ਹੈ ਦੇਹ ਅਧਿਆਸ, ਜੋ ਆਪਣੇ ਸਰੀਰ ਦਾ ਅਧਿਆਸ ਕੀਤਾ ਹੈ ਵੀ ਇਹ ਦੇਹ ਹੀ ਮੈਂ ਹਾਂ, ਆਪਣੇ ਆਪ ਨੂੰ ਦੇਹ ਹੀ ਸਮਝਿਆ ਹੋਇਆ ਹੈ, ਤੇ ਦੇਹ ਨੂੰ ਪਾਲਣ ਉੱਤੇ ਹੀ ਪੂਰਾ ਜ਼ੋਰ ਹੈ ਵੀ ਸਮੇਂ ਸਿਰ ਖਾਣਾ ਚਾਹੀਦਾ, ਪੀਣਾ ਚਾਹੀਦਾ, ਪਹਿਨਣਾ ਚਾਹੀਦਾ, ਦੇਹ ਨੂੰ ਲਿਸ਼ਕਾ ਕੇ ਰੱਖਣਾ ਚਾਹੀਦਾ, ਇਹ ਦੇਹ ਹੀ ਮੈਂ ਹਾਂ। ਸਤਿਗੁਰੂ ਕਹਿੰਦੇ ਜਿਹੜਾ ਦੇਹ ਦੇ ਨਾਲ ਇਹ ਜੁੜ ਗਿਆ ਹੈ ਨਾ, ਦੇਹ ਦਾ ਮੋਹ, ਦੇਹ ਦੀ ਹੰਗਤਾ, ਮਮਤਾ, ਇਹ ਦੇਹ ਅਧਿਆਸ ਰੂਪੀ ਜਿਹੜਾ ਹੈ ਨਾ, ਇਹ ਸਹੁਰਾ ਹੈ, ਸਸੁਰਾਵਾਦੀ। ਤੇ ਵਾਦੀ ਇਹ ਝਗੜਾਲੂ ਹੈ, ਵਾਦ ਨਾਮ ਹੈ ਝਗੜੇ ਦਾ। ਇਹ ਦੇਹ ਅਧਿਆਸ ਰੂਪੀ ਸਹੁਰਾ ਜਿਹੜਾ ਇਹ ਝਗੜਾਲੂ ਹੈ, ਭਾਵ ਹੀ ਦੇਹ ਤੋਂ ਉੱਪਰ ਜੀਵ ਜਾਂਦਾ ਹੀ ਨਹੀਂ ਹੈ, ਦੇਹ ਦੇ ਸਾਰੇ ਸੁੱਖ ਆਰਾਮ ਭਾਲਦਾ ਹੈ, ਤੇ ਆਤਮਾ ਸੰਬੰਧੀ ਕੋਈ ਵੀ ਕਾਰਜ ਨਹੀਂ ਕਰਦਾ। ਦੇਹ ਦੀ ਖੁਰਾਕ ਦਾ ਪੂਰਾ ਜ਼ੋਰ ਲਾਉਂਦਾ ਹੈ, ਆਤਮਾ ਦੀ ਖੁਰਾਕ ਦਾ ਯਤਨ ਹੀ ਨਹੀਂ ਕਰਦਾ। ਦੇਹ ਦੇ ਭੋਜਨ ਦਾ ਪੂਰਾ ਖਿਆਲ ਰੱਖਦਾ ਹੈ, ਪਰ ਆਤਮਾ ਦੇ ਭੋਜਨ ਦਾ ਖਿਆਲ ਨਹੀਂ ਰੱਖਦਾ ਹੈ। ਉਹ ਭਜਨ ਹੈ, ਉਹ ਸਿਮਰਨ ਹੈ। ਜਿਸ ਨੂੰ ਖੁਰਾਕ ਨਾ ਮਿਲੇ ਉਹ ਕਮਜ਼ੋਰ ਹੋ ਜਾਂਦਾ ਹੈ। ਜੇ ਸਰੀਰ ਦੀ ਖੁਰਾਕ ਸਰੀਰ ਨੂੰ ਨਾ ਮਿਲੇ, ਸਰੀਰ ਕਮਜ਼ੋਰ ਹੋ ਜਾਵੇਗਾ। ਸਮੇਂ ਸਿਰ ਪ੍ਰਸ਼ਾਦਾ ਨਾ ਮਿਲੇ, ਸਮੇਂ ਸਿਰ ਪਾਣੀ ਨਾ ਮਿਲੇ, ਖਾਣ ਪੀਣ ਨੂੰ ਸਮੇਂ ਸਿਰ ਨਾ ਮਿਲੇ ਦੇਹ ਨੂੰ, ਤੇ ਦੇਹ ਵੀ ਕਮਜ਼ੋਰ ਹੋਵੇਗੀ। ਤੇ ਜੇ ਵੱਧ ਮਿਲੇ ਤੇ ਫਿਰ ਜ਼ਿਆਦਾ ਮੋਟੀ ਤਾਜ਼ੀ ਹੋ ਜਾਊਗੀ। ਜਿੰਨਾ ਰਸਨ ਵੱਧ ਖਾਣਾ, ਫਿਰ ਉਹਨਾਂ ਕਸਰਤ ਵੀ ਵੱਧ ਕਰਨੀ ਪੈਣੀ, ਉਹਨਾਂ ਤੁਰਨਾ ਫਿਰਨਾ ਵੀ ਪੈਣਾ, ਨਹੀਂ ਤੇ ਬਲੱਡ ਵਧਣ ਲੱਗ ਪਊਗਾ, ਪੇਟ ਵਧਣ ਲੱਗ ਪਊਗਾ। ਜੇ ਖੁਰਾਕ ਵਧਾਉਣੀ, ਫਿਰ ਉਹ ਸਰੀਰ ਦਾ ਕੰਮਕਾਰ ਵੀ ਵਧਾਉਣਾ ਪੈਣਾ, ਤੇ ਜੇ ਵਿਹਲੇ ਰਹਿਣਾ ਤੇ ਫਿਰ ਉਹਨਾਂ ਕੀ ਹਿਸਾਬ ਨਾਲ ਹੀ ਛਕਣਾ ਛਕਾਉਣਾ ਚਾਹੀਦਾ। ਜੇ ਘੱਟ ਮਿਲੇ ਫਿਰ ਕਮਜ਼ੋਰ ਹੋਵੇਗੀ, ਉੱਕਾ ਹੀ ਨਾ ਮਿਲੇ ਭੋਜਨ ਦੇਹ ਨੂੰ, ਤੇ ਫਿਰ ਇਹਦੀ ਸਮਾਪਤੀ ਹੋ ਜਾਵੇਗੀ। ਇਸੇ ਤਰ੍ਹਾਂ ਹੀ ਰੂਹ ਦੀ ਖੁਰਾਕ ਹੈ। ਜੇ ਰੂਹ ਦੀ ਖੁਰਾਕ ਭਜਨ ਮਿਲਦਾ ਰਵੇ ਤੇ ਆਤਮਾ ਬਲਵਾਨ ਰਵੇਗੀ, ਆਤਮਾ ਤੰਦਰੁਸਤ ਰਵੇਗੀ। ਜੇ ਘੱਟ ਮਿਲੇ ਭੋਜਨ, ਫਿਰ ਲਿੱਸੀ ਮਾੜੀ ਜੀ ਰਵੇਗੀ। ਜੇ ਉੱਕਾ ਹੀ ਨਾ ਮਿਲੇ ਰੂਹ ਦੀ ਖੁਰਾਕ, ਆਤਮਾ ਦਾ ਭੋਜਨ, ਤੇ ਆਤਮਕ ਮੌਤ ਵੀ ਹੋ ਜਾਂਦੀ ਹੈ। ਫਿਰ ਅੰਦਰੋਂ ਮਰਿਆ ਹੋਇਆ, ਸਿਰਫ ਸਰੀਰਕ ਤਲ ਤੇ ਮਾਰੇ ਕਹਿੰਦੇ ਜਿਉਂਦਾ ਹੈ, ਅੰਦਰੋਂ ਤਾਂ ਮੌਤ ਹੋਈ ਪਈ ਹੈ। ਬਾਣੀ 'ਚ ਗੁਰੂ ਸਾਹਿਬ ਜੀ ਨੇ ਇਸ ਮੌਤ ਦਾ ਵੀ ਜ਼ਿਕਰ ਕੀਤਾ। ਮਾਰੇ ਕਹਿੰਦੇ ਸਰੀਰਕ ਤਲ ਉੱਤੇ ਜਿਉਂਦਾ ਹੈ, ਪਰ ਆਤਮਿਕ ਤਲ ਉੱਤੇ ਮਰਿਆ ਹੋਇਆ ਹੈ, ਮੁਰਦਾ ਹੈ। ਪ੍ਰਮਾਤਮਾ ਦਾ ਨਾਮ ਭੁੱਲ ਗਿਆ, ਉਹਦਾ ਪ੍ਰੇਮ ਭੁੱਲ ਗਿਆ, ਉਹਦੀ ਪ੍ਰੀਤ ਭੁੱਲ ਗਈ। ਤੇ ਸਤਿਗੁਰੂ ਕਹਿੰਦੇ ਅਤ ਸੁੰਦਰ ਕੁਲੀਨ ਚਤੁਰਮੁਖ ਗਿਆਨੀ ਧਨਵੰਤ, ਮਿਰਤਕ ਕਹੀਐ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਫਿਰ ਤਾਂ ਮਾਰੇ ਕਹਿੰਦੇ ਮੁਰਦੇ ਦੇ ਤੁੱਲ ਹੈ, ਜੇ ਪ੍ਰਭੂ ਦੀ ਪ੍ਰੀਤ ਨਹੀਂ ਹੈ।
ਸਤਿਗੁਰੂ ਕਹਿੰਦੇ ਦੇਹ ਨੂੰ ਤਾਂ ਪਾਲਣਾ ਹੈ, ਦੇਹ ਦੀ ਸਾਂਭ ਸੰਭਾਲ ਤਾਂ ਕਰਨੀ ਹੈ ਕਿ ਇਸ ਦੇਹ ਦੇ ਨਾਲ ਅਸੀਂ ਗੁਰੂ ਦਾ ਦਰਸ਼ਨ ਕਰ ਸਕੀਏ, ਅਸੀਂ ਸਿਮਰਨ ਭਜਨ ਕਰ ਸਕੀਏ, ਅਸੀਂ ਨਾਮ ਜਪ ਸਕੀਏ, ਬਾਣੀ ਪੜ੍ਹ ਸਕੀਏ, ਸੇਵਾ ਸਿਮਰਨ ਵਿੱਚ ਇਹਨੂੰ ਜੋੜ ਸਕੀਏ, ਤਾਂ ਇਹਦੀ ਵੀ ਪਾਲਣਾ ਕਰਨੀ, ਤਾਂ ਇਹਦਾ ਵੀ ਧਿਆਨ ਰੱਖਣਾ। ਪਰ ਇਕੱਲਾ ਦੇਹ ਦੇ ਨਾਲ ਹੀ ਜੁੜ ਜਾਣਾ, ਸਤਿਗੁਰੂ ਕਹਿੰਦੇ ਇਹ ਦੇਹ ਅਧਿਆਸ ਹੈ, ਤੇ ਦੇਹ ਨੂੰ ਫਿਰ ਛੱਡ ਕੇ ਤਾਂ ਜਾਣਾ ਹੀ ਹੈ ਇੱਕ ਦਿਨ। ਇਹ ਦੇਹ ਰੂਪੀ ਜਿਹੜਾ ਦੇਹ ਅਧਿਆਸ ਰੂਪੀ ਸਸੁਰਾ ਹੈ ਨਾ, ਸਹੁਰਾ ਹੈ, ਵਾਦੀ, ਇਹ ਝਗੜਾਲੂ ਹੈ। ਇਹ ਇਧਰਲੇ ਬਿਹਾਰ ਦੇ ਇਲਾਕੇ ਦੇ ਵਿੱਚ ਉਹ ਸਹੁਰੇ ਨੂੰ ਸਸੁਰਾ ਹੀ ਕਹਿੰਦੇ ਆ। ਇੱਥੇ ਮਹਾਰਾਜ ਸਾਹਿਬ ਜੀ ਨੇ ਇਹ ਸਸੁਰਾ ਆਖਿਆ ਹੈ। ਸਸੁਰਾਵਾਦੀ ਜਿਹੜਾ ਇਹ ਸਹੁਰਾ ਹੈ ਨਾ, ਅਥਵਾ ਅਗਿਆਨ ਜਿਹੜਾ ਹੈ, ਅਗਿਆਨ ਰੂਪੀ ਇਹ ਸਹੁਰਾ ਜਿਹੜਾ ਇਹ ਝਗੜਾਲੂ ਹੈ। ਜੇਠੋ ਪੌ ਪੌਲੂ ਹੈ, ਤੇ ਜੇਠੋ ਜਿਹੜਾ ਜੇਠ ਹੈ ਨਾ, ਉਹ ਆਖਿਆ ਧਰਮ ਰਾਜਾ। ਧਰਮ ਰਾਜਾ ਜੇਠ ਹੈ ਸਾਰਿਆਂ ਦਾ, ਤੇ ਉਹ ਫਿਰ ਜੀਵਾਂ ਨੂੰ ਪੌ ਪੌ ਲੂ ਹੈ, ਲੂ ਹੈ ਨਾਮ ਹੈ ਲੂਣ ਦਾ, ਸਾੜਨ ਦਾ, ਤੇ ਪਾ ਪਾ ਕੇ ਨਰਕਾਂ ਦੇ ਵਿੱਚ, ਨਰਕਾਂ ਦੀ ਅੱਗ ਦੇ ਵਿੱਚ, ਗਰਭ ਦੀ ਅੱਗ ਦੇ ਵਿੱਚ ਫਿਰ ਲੂੰਦਾ ਹੈ। ਧਰਮ ਰਾਜਾ ਰੂਪੀ ਜੇਠ ਜੀਵਾਂ ਨੂੰ ਗਰਭ ਦੀ ਅੱਗ ਦੇ ਵਿੱਚ ਪਾ ਪਾ ਕੇ, ਨਰਕਾਂ ਦੀ ਅੱਗ ਦੇ ਵਿੱਚ ਪਾ ਪਾ ਕੇ ਸਾੜਦਾ ਹੈ। ਹੱਬੇ ਭਸ ਪੁਣੇ ਤੇ ਬੰਧਨ, ਤੇ ਜੀਵ ਰੂਪ ਇਸਤਰੀ ਕਹਿੰਦੀ ਹੈ ਇਹ ਜਿੰਨੇ ਦੁੱਖ ਦੇਣ ਵਾਲੇ ਆ ਨਾ, ਅਵਿਦਿਆ ਰੂਪੀ ਸੱਸ, ਅਗਿਆਨ ਰੂਪੀ ਸਹੁਰਾ, ਦੇਹ ਅਧਿਆਸ ਰੂਪੀ ਸਹੁਰਾ, ਧਰਮ ਰਾਜਾ ਰੂਪੀ ਜੇਠ, ਹੱਬੇ ਭਸ ਪੁਣੇਂਦੇ ਵਤਨ, ਇਹ ਹੱਬੇ ਸਾਰੇ ਦੇ ਸਾਰੇ ਇਹ ਭਸ ਪਣੇਂਦੇ ਫਿਰਨ ਭਾਵੇਂ। ਭਸ ਕਹਿੰਦੇ ਸਵਾਹ ਨੂੰ, ਪਣੇਂਦੇ ਨਾਮ ਹੈ ਛਾਨਣ ਦਾ, ਪੁਣਨਾ ਛਾਨਣਾ। ਬੜੀ ਪਿਆਰੀ ਬੋਲੀ ਹੈ, ਤੇ ਕਿਸੇ ਇਲਾਕੇ ਵਿੱਚ ਇਹ ਬੋਲੀ ਵੀ ਬੋਲੀ ਜਾਂਦੀ ਹੈ। ਇਹ ਲਾਹੌਰ ਦੇ ਇਲਾਕੇ ਦੇ ਵਿੱਚ, ਉਦੋਂ ਪਰਾਂ ਨੂੰ ਮੁਲਤਾਨ ਦੇ ਇਲਾਕੇ ਦੇ ਵਿੱਚ, ਹੱਬੇ ਭਸ ਪੁਣੇਂਦੇ ਵਤਨ, ਇਹ ਸਾਰੇ ਦੇ ਸਾਰੇ ਭਾਵੇਂ ਸਵਾਹ ਛਾਣੀ ਜਾਣ। ਵਤਨ ਨਾਮ ਫਿਰਨ, ਪੁਣੇਂਦੇ ਨਾਮ ਪੁਣਦੇ ਫਿਰਨ, ਛਾਣਦੇ ਫਿਰਨ, ਭਾਵ ਇਹ ਕੁਝ ਵੀ ਨਹੀਂ ਮੇਰਾ ਵਿਗਾੜ ਸਕਦੇ। ਇਹ ਸਾਰੇ ਭਾਵੇਂ ਇਹ ਸਵਾਹ ਖਾਕ ਛਾਣਦੇ ਫਿਰਨ। ਜਾ ਮੈਂ ਸੱਜਣ ਤੂੰ ਹੈ, ਜਦੋਂ ਮੇਰਾ ਸੱਜਣ ਤੂੰ ਹੈ, हे ਪ੍ਰਭੂ ਜਦੋਂ ਤੂੰ ਮੇਰਾ ਸੱਜਣ ਬਣ ਗਿਆ ਹੈ ਨਾ, ਮੇਰੇ ਵੱਲ ਤੂੰ ਹੈ, ਤੇ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਹਸ਼ੰਦਾ, ਫਿਰ ਮੈਨੂੰ ਕਾਹਦੀ ਮੁਤਾਜਗੀ ਹੈ। ਜਦੋਂ ਮੇਰਾ ਸੱਜਣ ਪ੍ਰਭੂ ਪਤੀ ਤੂੰ ਬਣ ਗਿਆ ਹੈ ਨਾ, ਤੇ ਫਿਰ ਮੈਨੂੰ ਇਹ ਅਗਿਆਨ ਅਵਿਦਿਆ ਰੂਪੀ ਸੱਸ ਦਾ ਵੀ ਡਰ ਨਹੀਂ ਹੈ, ਦੇਹ ਅਧਿਆਸ ਰੂਪੀ ਸਹੁਰੇ ਦਾ ਵੀ ਕੋਈ ਖਤਰਾ ਨਹੀਂ ਹੈ, ਧਰਮ ਰਾਜਾ ਰੂਪੀ ਜੇਠ ਦਾ ਵੀ ਮੈਨੂੰ ਕੋਈ ਡਰ ਨਹੀਂ ਹੈ। ਇਹ ਸਾਰੇ ਤੁਰੇ ਫਿਰਨ ਫਿਰ ਸਵਾਹ ਛਾਣ ਦੇ, ਖਾਕ ਛਾਣ ਦੇ ਫਿਰਨ ਸਾਰੇ ਦੇ ਸਾਰੇ। ਜਾ ਮੈਂ ਸੱਜਣ ਤੂੰ ਹੈ, ਜਦੋਂ ਮੇਰਾ ਸੱਜਣ ਤੂੰ ਹੈ, ਤੇ ਮੇਰਾ ਸੱਜਣ ਹੈ ਤੂੰ, ਤੇ ਮੇਰੀ ਫਿਰ ਰਾਖੀ ਲੋਕ ਵਿੱਚ ਵੀ ਤੂੰ ਕਰਨੀ ਹੈ, ਤੇ ਪ੍ਰਲੋਕ ਵਿੱਚ ਵੀ ਤੂੰ ਕਰਨੀ ਹੈ। ਇਸ ਕਰਕੇ ਮੇਰਾ, ਮੈਂ ਤੈਨੂੰ ਸੱਜਣ ਬਣਾ ਲਿਆ ਪ੍ਰਮਾਤਮਾ, ਤੂੰ ਮੇਰਾ ਸੱਜਣ ਹੈ, ਤੇ ਮੇਰੀ ਰਾਖੀ ਤੂੰ ਕਰਨ ਵਾਲਾ ਹੈ। ਫਿਰ ਤੇਰੀ ਸਭ ਥਾਵਾਂ ਉੱਤੇ ਸਮਰੱਥਾ ਹੈ, ਜਿੱਥੇ ਕਿਸੇ ਦੀ ਸਮਰੱਥਾ ਨਹੀਂ ਹੈ ਨਾ, ਉੱਥੇ ਤੇਰੀ ਸਮਰੱਥਾ ਹੈ। ਤੂੰ ਧਰਮ ਰਾਜਾ ਕੋਲੋਂ ਵੀ ਬਚਾ ਲੈਂਦਾ ਹੈ, ਤੂੰ ਅਗਿਆਨ ਕੋਲੋਂ ਵੀ ਬਚਾ ਲੈਂਦਾ ਹੈ, ਤੂੰ ਵਿਕਾਰਾਂ ਕੋਲੋਂ ਵੀ ਬਚਾ ਲੈਂਦਾ ਹੈ, ਤੂੰ ਅਵਿਦਿਆ ਕੋਲੋਂ ਵੀ ਬਚਾ ਲੈਂਦਾ ਹੈ, ਤੂੰ ਦੇਹ ਅਧਿਆਸ ਦਾ ਵੀ ਤਿਆਗ ਕਰਵਾ ਦਿੰਦਾ ਹੈ। ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੇ, ਉਥੈ ਤੇਰੀ ਰੱਖ ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ, ਭੌਜਲ ਬਿਖਮਸ ਗਾਹੋ ਗੁਰ ਸਬਦੀ ਪਾਰ ਪਾਹੇ। ਇਹ ਸੱਜਣ ਤੂੰ ਮੇਰੀ ਰਾਖੀ ਕਰਨ ਵਾਲਾ ਹੈ। ਪੌੜੀ ਪੌੜੀ 'ਚ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਚਮ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਜਿਸ ਤੂੰ ਉਠਾ ਚਿੱਤ, हे ਪ੍ਰਭੂ ਜਿਸ ਦੇ ਚਿੱਤ ਵਿੱਚ ਤੂੰ ਵਸ ਗਿਆ, ਉਠਾ ਨਾਮ ਹੈ ਵਸਣ ਦਾ, ਜਿਸ ਦੇ ਚਿੱਤ ਵਿੱਚ ਤੂੰ ਵਾਸਾ ਕੀਤਾ ਹੈ, ਇਸ ਦਰਦ ਨਿਵਾਰਨ, ਤਿਸ ਜੀਵ ਦੇ ਅਗਿਆਨ ਦੇ ਦਰਦ ਤੁਸੀਂ ਨਿਵਰਤ ਕਰ ਦਿੱਤੇ। ਅਗਿਆਨ ਕਰਕੇ ਦਰਦਾਂ ਹੁੰਦੀਆਂ, ਪੀੜਾਂ ਹੁੰਦੀਆਂ। ਅਗਿਆਨ ਮਨੁੱਖ ਨੂੰ ਦਰਦਾਂ ਦਿੰਦਾ। ਅਗਿਆਨ ਦੇ ਵਿੱਚ ਹੀ ਜੀਵ ਕੁਕਰਮ ਕਰਦਾ ਹੈ, ਅਗਿਆਨ ਦੇ ਵਿੱਚ ਹੀ ਜੀਵ ਕੁਰੈਤਾਂ ਕਰਦਾ ਹੈ, ਅਗਿਆਨ ਦੇ ਵਿੱਚ ਹੀ ਜੀਵ ਪਾਪ ਕਰਦਾ ਹੈ, ਅਗਿਆਨ ਦੇ ਵਿੱਚ ਹੀ ਝੂਠ ਬੋਲਦਾ ਹੈ, ਨਿੰਦਿਆ ਕਰਦਾ ਹੈ, ਚੁਗਲੀ ਕਰਦਾ ਹੈ, ਈਰਖਾ ਕਰਦਾ ਹੈ, ਤੇ ਇਹ ਸਾਰਾ ਕੁਝ ਫਿਰ ਪੀੜਾ ਦਿੰਦੇ ਆ ਮਨੁੱਖ ਨੂੰ। ਜੋ ਕੁਝ ਕੀਤਾ ਜਾਵੇ, ਜੋ ਕੁਝ ਬੀਜਿਆ ਜਾਵੇ,
ਉਹ ਫਲੀਭੂਤ ਹੁੰਦਾ ਹੈ ਤੇ ਉਹਦਾ ਫਲ ਮਿਲਦਾ ਹੈ। ਇਸ ਕਰਕੇ ਇਹ ਜਿਹੜੀਆਂ ਅਗਿਆਨ ਦੀਆਂ ਦਰਦਾਂ ਹਨ, ਜਿਹਦੇ ਚਿੱਤ ਵਿੱਚ ਪ੍ਰਭੂ ਤੂੰ ਵਸ ਗਿਆ, ਉਹਦੀਆਂ ਦਰਦਾਂ ਸਾਰੀਆਂ ਤੁਸੀਂ ਦੂਰ ਕਰ ਦਿੰਦੇ ਹੋ। ਇਸ ਤੂੰ ਉਠਾ ਚਿਤ, ਇਹ ਪ੍ਰਭੂ ਜਿਸ ਦੇ ਚਿੱਤ ਵਿੱਚ ਤੂੰ ਵਸ ਗਿਆ, ਇਸ ਕਦੇ ਨਾ ਹਾਰਨਾ, ਤਿਸ ਜੀਵ ਨੇ ਕਦੇ ਵੀ ਹਾਰਨਾ ਨਹੀਂ ਹੈ। ਉਹ ਵਿਕਾਰਾਂ ਦੇ ਅੱਗੇ ਨਹੀਂ ਹਾਰਦਾ, ਕਿਉਂਕਿ ਦੋ ਤਰ੍ਹਾਂ ਦੀ ਜੰਗ ਹੋ ਰਹੀ ਹੈ, ਦੋ ਤਰ੍ਹਾਂ ਦੀ ਕੁਸ਼ਤੀ ਹੋ ਰਹੀ ਸੰਸਾਰ ਦੇ ਵਿੱਚ, ਦੋ ਤਰ੍ਹਾਂ ਦੀ ਲੜਾਈ ਹੋ ਰਹੀ ਹੈ। ਇੱਕ ਪਾਸੇ ਚੰਗਿਆਈ ਹੈ, ਇੱਕ ਪਾਸੇ ਬੁਰਿਆਈ ਹੈ। ਭਰਤਰੀ ਜੀ ਨੇ ਵੈਰਾਗ ਸਤਕ ਦੇ ਵਿੱਚ ਇਸ ਤਰ੍ਹਾਂ ਦਾ ਜ਼ਿਕਰ ਕੀਤਾ, ਇੱਕ ਪਾਸੇ ਵਿਵੇਕ ਦੀ ਫੌਜ ਹੈ, ਇੱਕ ਪਾਸੇ ਮੋਹ ਦੀ ਫੌਜ ਹੈ। ਔਰ ਸਾਰੇ ਸੰਸਾਰ ਦੇ ਵਿੱਚ ਇਹ ਲੜਾਈ ਹੋ ਰਹੀ ਹੈ। ਹਰੇਕ ਜੀਵ ਦੇ ਹਿਰਦੇ ਦੇ ਵਿੱਚ ਇਹ ਲੜਾਈ ਹੋ ਰਹੀ ਹੈ। ਹਰੇਕ ਦੇ ਘਰ ਦੇ ਵਿੱਚ, ਪਰਿਵਾਰ ਵਿੱਚ ਇਹ ਲੜਾਈ ਹੋ ਰਹੀ, ਹਰੇਕ ਪਿੰਡ ਵਿੱਚ ਇਹ ਲੜਾਈ ਹੋ ਰਹੀ, ਹਰੇਕ ਸ਼ਹਿਰ ਵਿੱਚ, ਹਰੇਕ ਦੇਸ਼ ਵਿੱਚ। ਪਰ ਗੱਲ ਸ਼ੁਰੂ ਹੁੰਦੀ ਹੈ ਹਿਰਦੇ ਦੇ ਵਿੱਚੋਂ। ਇੱਕ ਪਾਸੇ ਵਿਵੇਕ ਦੀ ਫੌਜ ਹੈ, ਇੱਕ ਪਾਸੇ ਮੋਹ ਦੀ ਫੌਜ ਹੈ, ਜਾਂ ਇਸ ਤਰ੍ਹਾਂ ਕਹਿ ਲਓ, ਇੱਕ ਪਾਸੇ ਅਗਿਆਨ ਦੀ ਫੌਜ ਹੈ, ਇੱਕ ਪਾਸੇ ਗਿਆਨ ਦੀ ਫੌਜ ਹੈ। ਜਿੱਧਰ ਵਿਵੇਕ ਦੀ ਹੈ, ਗਿਆਨ ਦੀ ਫੌਜ ਹੈ, ਉਧਰ ਸੱਤ ਹੈ, ਸੰਤੋਖ ਹੈ, ਦਇਆ ਹੈ, ਧਰਮ ਹੈ, ਧੀਰਜ ਹੈ, ਵਿਵੇਕ ਹੈ, ਗਿਆਨ ਹੈ। ਤੇ ਜਿੱਧਰ ਅਗਿਆਨ ਹੈ, ਮੋਹ ਹੈ, ਉਧਰ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਝੂਠ ਹੈ, ਨਿੰਦਿਆ ਹੈ, ਚੁਗਲੀ ਹੈ। ਫਿਰ ਇਹਨਾਂ ਦੀ ਲੜਾਈ ਹੁੰਦੀ ਹੈ ਆਪਸ ਵਿੱਚ। ਇੱਕ ਪਾਸੇ ਜਤ ਸਤ ਹੈ, ਇੱਕ ਪਾਸੇ ਕਾਮ ਹੈ, ਇੱਕ ਪਾਸੇ ਸ਼ਾਂਤੀ ਹੈ, ਇੱਕ ਪਾਸੇ ਕ੍ਰੋਧ ਹੈ। ਝਗੜਾ ਹੁੰਦਾ ਸ਼ਾਂਤੀ ਤੇ ਕ੍ਰੋਧ ਦਾ ਆਪਸ ਵਿੱਚ। ਇੱਕ ਪਾਸੇ ਮੋਹ ਹੈ ਤੇ ਇੱਕ ਪਾਸੇ ਵਿਵੇਕ ਹੈ। ਇਸੇ ਤਰ੍ਹਾਂ ਇੱਕ ਪਾਸੇ ਹੰਕਾਰ ਹੈ, ਇੱਕ ਪਾਸੇ ਨਿਮਰਤਾ ਹੈ। ਇੱਕ ਪਾਸੇ ਲੋਭ ਹੈ ਤੇ ਇੱਕ ਪਾਸੇ ਸੰਤੋਖ ਹੈ। ਇਹਨਾਂ ਦਾ ਝਗੜਾ ਹੁੰਦਾ ਹੈ। ਸੰਤੋਖ ਕਹਿੰਦਾ ਮੈਂ ਜਿੱਤਣਾ ਹੈ, ਲੋਭ ਕਹਿੰਦਾ ਮੈਂ ਜਿੱਤਣਾ ਹੈ, ਜਤ ਸਤ ਕਹਿੰਦਾ ਮੈਂ ਜਿੱਤਾਂਗਾ, ਕਾਮ ਕਹਿੰਦਾ ਮੈਂ ਜਿੱਤਾਂਗਾ, ਸ਼ਾਂਤੀ ਕਹਿੰਦੀ ਮੈਂ ਜਿੱਤਾਂਗੀ, ਕ੍ਰੋਧ ਕਹਿੰਦਾ ਮੈਂ ਜਿੱਤਾਂਗਾ। ਕ੍ਰੋਧ ਕਹਿੰਦਾ, ਭਰਤਰੀ ਜੀ ਨੇ ਬੜਾ ਸੋਹਣਾ ਲਿਖਿਆ ਵੀ ਕ੍ਰੋਧ ਰੂਪੀ ਸੂਰਮਾ ਜਦੋਂ ਆਉਂਦਾ, ਉਹ ਕਹਿੰਦਾ ਜਦੋਂ ਮੈਂ ਆ ਜਾਵਾਂ ਨਾ ਤਾਂ ਵੱਡਿਆਂ ਵੱਡਿਆਂ ਦੀਆਂ ਗੋਡਨੀਆਂ ਲਵਾ ਦੇਣਾ ਮੈਂ। ਫਿਰ ਜਦੋਂ ਮੈਂ ਆ ਜਾਵਾਂ ਨਾ, ਮੈਂ ਆਪਣਾ ਪ੍ਰਭਾਵ ਵਿਖਾਵਾਂ ਤੇ ਅੱਖਾਂ ਵਾਲਿਆਂ ਨੂੰ ਅੰਨੇ ਕਰ ਦੇਣਾ, ਕੰਨਾਂ ਵਾਲਿਆਂ ਨੂੰ ਬੋਲੇ ਕਰ ਦੇਣਾ। ਤੇ ਗੱਲਾਂ ਸੱਚੀਆਂ ਮਹਾਂਪੁਰਖ ਦੀਆਂ। ਜਦੋਂ ਕ੍ਰੋਧ ਆ ਜਾਵੇ ਨਾ ਅੰਦਰ ਬੰਦੇ ਦੇ, ਅੱਖਾਂ ਲਾਲ ਹੋ ਜਾਂਦੀਆਂ, ਚਿਹਰੇ ਦਾ ਰੰਗ ਰੂਪ ਹੀ ਬਦਲ ਜਾਂਦਾ, ਬੁੱਲ ਫਰਕਣ ਲੱਗ ਪੈਂਦੇ ਆ। ਕੰਨ ਹੁੰਦਿਆਂ ਵੀ ਸੁਣਦਾ ਕੁਝ ਨਹੀਂ, ਅੱਖਾਂ ਹੁੰਦਿਆਂ ਵੀ ਦਿਸਦਾ ਕੁਝ ਨਹੀਂ। ਬੰਦਾ ਡਾਂਗ ਫੜ ਲੈਂਦਾ, ਜੋ ਹੱਥ ਵਿੱਚ ਸ਼ਸਤਰ ਆਵੇ ਉਹ ਫੜ ਲੈਂਦਾ। ਗੁੱਸੇ ਵਿੱਚ ਆਇਆ ਕਹਿੰਦਾ ਪਾਸੇ ਹੋ ਜਾਣ, ਮੈਨੂੰ ਦਿਸਦਾ ਕੁਝ ਨਹੀਂ ਜੇ। ਅੱਖਾਂ ਤੇ ਉਹ ਹੁੰਦੀਆਂ, ਦਿਸਦਾ ਕਿਉਂ ਨਹੀਂ, ਪਰ ਗੁੱਸਾ ਨਹੀਂ ਦਿਸਣ ਦਿੰਦਾ। 4-5 ਬੰਦੇ ਫੜ ਕੇ ਰੱਖਦੇ, ਕਹਿੰਦੇ ਗੱਲ ਤਾਂ ਸੁਣ, ਕਹਿੰਦਾ ਪਾਸੇ ਹੋ ਜਾਓ, ਮੈਨੂੰ ਸੁਣਦਾ ਕੁਝ ਨਹੀਂ ਜੇ। ਭਰਤਰੀ ਜੀ ਨੇ ਆਖਿਆ ਵੀ ਇਹ ਕ੍ਰੋਧ ਕਹਿੰਦਾ ਵੀ ਜਦੋਂ ਮੈਂ ਆ ਜਾਵਾਂ, ਅੱਖਾਂ ਵਾਲਿਆਂ ਨੂੰ ਅੰਨੇ, ਕੰਨਾਂ ਵਾਲਿਆਂ ਨੂੰ ਬੋਲੇ ਕਰ ਦੇਣਾ। ਅੰਧ ਕਰੋ ਦ੍ਰਿਗਵੰਤਨ ਕੋ, ਸਰੋਤਵੰਤਨ ਕੋ ਬਦਰੋ ਕਰ ਡਾਰੋ। ਇਹ ਸਾਰੇ ਸੰਸਾਰ ਦੇ ਵਿੱਚ ਇਸ ਤਰ੍ਹਾਂ ਦੀ ਲੜਾਈ ਹੋ ਰਹੀ ਹੈ। ਪਰ ਮਹਾਰਾਜ ਸਾਹਿਬ ਕਹਿੰਦੇ ਜਿਹਦੇ ਚਿੱਤ ਵਿੱਚ ਪ੍ਰਭੂ ਜੀ ਤੁਸੀਂ ਵਸ ਜਾਂਦੇ ਹੋ, ਉਹ ਇਹ ਵਕਾਰਾਂ ਦੀ ਫੌਜ ਦੇ ਸਾਹਮਣੇ ਉਹ ਹਾਰਦਾ ਨਹੀਂ ਹੈ। ਉਹਨੂੰ ਕਾਮ ਕਰੋ, ਲੋਭ ਮੋਹ ਹੰਕਾਰ ਝੂਠ ਨਿੰਦਿਆ ਚੁਗਲੀ ਜਿੱਤ ਨਹੀਂ ਸਕਦੇ। ਉਹਦੇ ਵੱਲ ਤੁਸੀਂ ਹੋ ਜਾਂਦੇ ਹੋ। ਉਹਨੂੰ ਫਿਰ ਧਰਮ ਦੇ ਗੁਣ, ਖਿਮਾ, ਅਹਿੰਸਾ, ਦਇਆ, ਅੰਮ੍ਰਿਤ, ਸਤ, ਬਚਨ, ਤਪ, ਦਾਨ, ਸੀਲ, ਸੌਚ, ਤ੍ਰਿਸ਼ਨਾ, ਬਿਨਾ ਧਰਮ, ਲਿੰਗ, ਦਸ ਜਾਨ, ਐਸੇ ਸ਼ੁਭ ਗੁਣ ਦੇ ਦਿੰਦੇ ਹੋ। ਜਿਸ ਤੂੰ ਉਠਾ ਚਿੱਤ ਤਿਸ ਕਦੇ ਨਾ ਹਾਰਨ। ਜਿਹਦੇ ਚਿੱਤ ਵਿੱਚ ਪ੍ਰਭੂ ਤੁਸੀਂ ਵਸ ਗਏ, ਆਪ ਜੀ ਦਾ ਨਾਮ ਵਸ ਗਿਆ, ਉਹ ਵਿਕਾਰਾਂ ਦੇ ਟਾਕਰੇ ਤੇ, ਅਗਿਆਨ ਦੇ ਟਾਕਰੇ ਤੇ ਕਦੀ ਵੀ ਹਾਰਦਾ ਨਹੀਂ ਹੈ। ਉਹ ਜੀਵਨ ਦੀ ਬਾਜੀ ਜਿੱਤ ਕੇ ਜਾਂਦਾ ਹੈ। ਉਹ ਮਨ ਦੇ ਅੱਗੇ ਹਾਰਦਾ ਨਹੀਂ ਹੈ। ਉਹ ਮਨ ਦੀ ਫੌਜ ਨੂੰ ਜਿੱਤ ਕੇ ਜਾਂਦਾ ਹੈ, ਮਨ ਨੂੰ ਮਾਰ ਲੈਂਦਾ ਹੈ। ਮਨ ਨੂੰ ਮਾਰਨਾ ਕੀ ਹੈ? ਗੁਰੂ ਕੇ ਸ਼ਬਦ ਦੀ ਕਮਾਈ ਕਰਕੇ ਮਨ ਦੇ ਭੈੜੇ ਫੁਰਨਿਆਂ ਨੂੰ ਤਿਆਗਣਾ। ਮਨ ਜੀਤਾ ਜਗ ਜੀਤ, ਮਨ ਨੂੰ ਜਿੱਤਣਾ ਹੀ ਜਗ ਨੂੰ ਜਿੱਤਣਾ ਹੈ। ਗੁਰਮੁਖੀ ਆਪਣਾ ਮਨ ਮਾਰਿਆ, ਸ਼ਬਦ ਕਸਵੱਟੀ ਲਾਏ। ਸ਼ਬਦ ਦੀ ਕਸਵੱਟੀ ਨਾਲ ਗੁਰਮੁਖਾਂ ਨੇ ਆਪਣੇ ਮਨ ਨੂੰ ਮਾਰ ਲੈਣਾ ਕੀਤਾ, ਉਹ ਜਿੱਤ ਕੇ ਗਏ।
ਤੇ ਜਿਨ੍ਹਾਂ ਦੇ ਚਿੱਤ ਵਿੱਚ ਪ੍ਰਭੂ ਦਾ ਨਾਮ ਨਹੀਂ ਵਸਿਆ, ਪ੍ਰਭੂ ਪਰਮਾਤਮਾ ਨਹੀਂ ਜਿਨ੍ਹਾਂ ਦੇ ਚਿੱਤ ਵਿੱਚ ਵਸੇ, ਉਹ ਫਿਰ ਜੀਵਨ ਦੀ ਬਾਜੀ ਵਿਕਾਰਾਂ ਦੇ ਅੱਗੇ ਹਾਰ ਕੇ ਜਾਂਦੇ। ਭਾਵੇਂ ਜੱਗ ਨੂੰ ਜਿੱਤ ਲੈਣ ਰਾਜੇ ਬਣ ਕਰਕੇ, ਜੱਗ ਨੂੰ ਜਿੱਤਦਾ ਹੋਇਆ ਵੀ ਮਹਾਰਾਜ ਕਹਿੰਦੇ ਸੰਸਾਰ ਨੂੰ ਜਿੱਤਣ ਵਾਲਾ ਵੀ ਮਨ ਦੇ ਅੱਗੇ ਹਾਰ ਕੇ ਜਾਂਦਾ, ਵਿਕਾਰਾਂ ਦੇ ਅੱਗੇ ਹਾਰ ਕੇ ਜਾਂਦਾ। ਇਹਦਾ ਜ਼ਿਕਰ ਟੋਡੀ ਰਾਗ ਵਿੱਚ ਵੀ ਪੰਜਵੇਂ ਪਾਤਸ਼ਾਹ ਨੇ ਕੀਤਾ। ਜੋ ਪਵਿੱਤਰ ਸ਼ਬਦ ਆਪਾਂ ਪੜ੍ਹਦੇ ਹਾਂ, ਹਰ ਬਿਸਰਤ ਸਦਾ ਖੁਆਰੀ, ਜਦੋਂ ਪ੍ਰਮਾਤਮਾ ਭੁੱਲ ਜਾਵੇ ਤੇ ਸਦਾ ਹਾਰਦਾ ਹੀ ਹੈ, ਇਹਦੀ ਸਦਾ ਖੁਆਰੀ ਹੁੰਦੀ ਹੈ। ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾ ਵਿਆਪੈ ਜਾ ਕੋ ਓਟ ਤੁਹਾਰੀ, ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰ ਜਾਰੀ। ਅਗਲਾ ਬਚਨ ਹੈ ਨਵ ਖੰਡਨ ਕੋ ਰਾਜ ਕਮਾਵੇ। ਭਾਵੇਂ 9 ਖੰਡਾਂ ਦੀ ਸਾਰੀ ਧਰਤੀ ਦਾ ਰਾਜ ਕਰਦਾ ਹੈ, ਪਰ ਜੇ ਚਿੱਤ ਵਿੱਚ ਨਾਮ ਨਹੀਂ ਵਸਿਆ, ਪ੍ਰਮਾਤਮਾ ਨਹੀਂ ਵਸਿਆ, ਨਵ ਖੰਡਨ ਕੋ ਰਾਜ ਕਮਾਵੇ, ਅੰਤ ਚੱਲੇ ਗੋ ਹਾਰੀ। ਅੰਤ ਨੂੰ ਹਾਰ ਕੇ ਜਾਂਦਾ, ਜਿੱਤ ਕੇ ਨਹੀਂ ਜਾਂਦਾ। ਸਤਿਗੁਰੂ ਕਹਿੰਦੇ ਜਿਹਦੇ ਚਿੱਤ ਵਿੱਚ ਵਾਹਿਗੁਰੂ ਜੀ ਤੁਸੀਂ ਵਸ ਜਾਂਦੇ ਹੋ, ਉਹ ਕਦੇ ਨਹੀਂ ਹਾਰਦਾ ਹੈ। ਜਿਸ ਮਿਲਿਆ ਪੂਰਾ ਗੁਰੂ। ਅਸਲ ਵਿੱਚ ਜਿੱਤਦਾ ਕੌਣ ਹੈ? ਜਿਸ ਨੂੰ ਮਿਲ ਗਿਆ ਪੂਰਾ ਗੁਰੂ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ, 10 ਪਾਤਸ਼ਾਹੀਆਂ ਔਰ ਪੂਰੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਸ ਨੂੰ ਪੂਰਾ ਗੁਰੂ ਮਿਲਿਆ ਹੈ। ਉਹ ਸਰ ਪਰ ਤਾਰਨਾ। ਇਹ ਭਾਈ ਉਹ ਪੂਰਾ ਗੁਰੂ ਏ। ਸੋ ਉਹ ਪੂਰਾ ਗੁਰੂ ਸਰ ਪਰ ਤਾਰਨ ਨੂੰ, ਸਰਪਰ ਦਾ ਅਰਥ ਹੁੰਦਾ ਜ਼ਰੂਰ ਪਰ ਜ਼ਰੂਰ। ਇਹਦੇ ਵਿੱਚ ਕੋਈ ਨਾ ਨੁਕਰ ਹੈ ਹੀ ਨਹੀਂ, ਪੂਰਾ ਗੁਰੂ ਜ਼ਰੂਰ ਤਾਰਦਾ ਹੈ। ਕਲਗੀਧਰ ਪਾਤਸ਼ਾਹ ਨੇ ਬਚਨ ਕੀਤਾ, ਕਹਿਣ ਲੱਗੇ ਖਾਲਸਾ ਜੀ, ਜਿਹਦੇ ਮੁਖ ਵਿੱਚ ਸਾਡਾ ਅੰਮ੍ਰਿਤ ਪੈ ਜਾਂਦਾ ਹੈ, ਜੇ ਉਹਦੇ ਤੇ ਕੋਈ ਭੁੱਲ ਗਲਤੀ ਵੀ ਹੋ ਜਾਂਦੀ ਹੈ ਤੇ ਅਸੀਂ ਉਹਨੂੰ ਦੁਬਾਰਾ ਮਨੁੱਖਾ ਜਨਮ ਦੇ ਕਰਕੇ, ਸਿੱਖੀ ਦੀ ਦਾਤ ਦੇ ਕਰਕੇ ਤੇ ਉਹਦੀ ਕਲਿਆਣ ਕਰਦੇ ਹਾਂ। ਜੇ ਕੋਈ ਗਲਤੀ ਵੀ ਕਰਦਾ, ਕੋਈ ਭੁੱਲ ਵੀ ਕਰਦਾ ਹੈ, ਤੇ ਮਹਾਰਾਜ ਸਾਹਿਬ ਕਹਿੰਦੇ ਜਿਹਦੇ ਮੁਖ ਵਿੱਚ ਸਾਡਾ ਅੰਮ੍ਰਿਤ ਪੈ ਜਾਂਦਾ ਹੈ ਨਾ, ਤੇ ਉਸ ਨੂੰ ਅਸੀਂ ਫੇਰ ਸਮਾਂ ਦਿੰਦੇ ਹਾਂ ਕਿ ਤੂੰ ਫੇਰ ਸੁਧਰ ਜਾ, ਫੇਰ ਗੁਰੂ ਕੀ ਸਿੱਖੀ ਕਮਾ ਕਰਕੇ ਫਿਰ ਵੀ ਕਲਿਆਣ ਦਾ ਮੌਕਾ ਦਿੰਦੇ ਆ। ਪੂਰਾ ਗੁਰੂ ਜ਼ਰੂਰ ਤਾਰਦੇ ਹਨ। ਜਿਸ ਨੂੰ ਭਾਈ ਸੱਚੇ ਉਪਦੇਸ਼ ਨਾਲ ਆਪਣੇ ਨਾਲ ਜੋੜ ਲੈਂਦੇ ਹਨ, ਇਸ ਜੀਵਨ ਹੀ ਸੱਚੇ ਵਾਹਿਗੁਰੂ ਦੇ ਨਾਮ ਨੂੰ ਸੰਭਾਲਣਾ ਕੀਤਾ ਹੈ। ਜਿਸ ਜੀਵ ਦੇ ਹੱਥ ਦੇ ਵਿੱਚ ਖਜ਼ਾਨਾ ਆਇਆ, ਹਿਰਦੇ ਰੂਪੀ ਹੱਥ ਦੇ, ਬੁੱਧੀ ਰੂਪੀ ਹੱਥ ਦੇ ਵਿੱਚ ਖਜ਼ਾਨਾ ਆਇਆ ਨਾਮ ਦਾ, ਉਹ ਫਿਰ ਕਿਸੇ ਪਾਸੇ ਬਾਹਰ ਨਹੀਂ ਭਾਲਦਾ ਹੈ, ਜੰਗਲਾਂ ਵਿੱਚ ਨਹੀਂ ਭਾਲਦਾ ਹੈ, ਕਿਉਂਕਿ ਉਹਨੂੰ ਅੰਦਰੋਂ ਹੀ ਪ੍ਰਾਪਤ ਹੋ ਗਿਆ। ਉਸ ਨੂੰ ਪਤਾ ਲੱਗ ਗਿਆ, ਕਾਹੇ ਰੇ ਬਣ ਖੋਜਣ ਜਾਏ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਕੋਹਪ ਮਦ ਜਿਉ ਬਾਸ ਬਸਤ ਹੈ ਮੁਕਰਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ। ਉਹ ਬਾਹਰੋਂ ਭਾਲਣ ਤੋਂ ਰਹਿ ਜਾਂਦਾ ਹੈ, ਬਾਹਰ ਨਹੀਂ ਉਹ ਢੂੰਡ ਭਾਲ ਕਰਦਾ ਹੈ, ਭਾਲਣ ਤੋਂ ਫਿਰ ਉਹ ਰਹਿਤ ਹੋ ਜਾਂਦਾ ਹੈ। ਜਿਸ ਨੂੰ ਇੱਕ ਵਾਹਿਗੁਰੂ ਜੀ ਦਾ ਰੰਗ ਲੱਗਾ, ਇੱਕ ਦਾ ਪ੍ਰੇਮ ਲੱਗਾ ਹੈ, ਮਾਰੇ ਕਹਿੰਦੇ ਉਸ ਨੂੰ ਭਗਤ ਜਾਣੋ ਭਾਈ, ਉਹ ਪ੍ਰਭੂ ਦਾ ਭਗਤ ਹੈ। ਜਿਸ ਨੂੰ ਇੱਕ ਪ੍ਰਮਾਤਮਾ ਦਾ ਰੰਗ ਲੱਗ ਗਿਆ, ਪ੍ਰੇਮ ਲੱਗ ਗਿਆ, ਜਿਹੜਾ ਭਗਤ ਬਣ ਗਿਆ, ਉਹ ਫਿਰ ਸਾਰਿਆਂ ਦੀ ਚਰਨ ਧੂੜੀ ਬਣ ਕੇ ਰਹਿੰਦਾ ਹੈ। ਉਹ ਵਾਹਿਗੁਰੂ ਦੇ ਚਾਰਨੋਂ ਚਰਨਾਂ ਦਾ ਬਿਰਹੀ ਪ੍ਰੇਮੀ ਬਣਿਆ ਰਹਿੰਦਾ ਹੈ। ਬਿਰਹੀ ਚਾਰਨੋਂ ਪ੍ਰਭੂ ਦੇ ਚਰਨਾਂ ਦਾ ਪ੍ਰੇਮੀ ਹੈ, ਉਹ ਨਾਮ ਰੂਪੀ ਚਰਨਾਂ ਦਾ ਪ੍ਰੇਮੀ ਹੈ ਤੇ ਉੱਚੇ ਆਚਰਨ ਵਾਲਾ ਹੁੰਦਾ ਹੈ। ਪੰਜਵੇਂ ਪਾਤਸ਼ਾਹ ਮਹਾਰਾਜ ਪੌੜੀ ਦੀ ਸੰਪੂਰਨਤਾ ਹੀ ਕਰਦਿਆਂ ਹੋਇਆਂ ਉਚਾਰਦੇ, ਹੈ ਪ੍ਰਭੂ ਇਹ ਅਚਰਜ ਕਰਨ ਵਾਲੇ, ਇਹ ਵਿਡਾਣ ਚੋਜ ਸਾਰੇ ਚੋਜ ਤੇਰੇ ਹਨ, ਤੇ ਸਾਰਾ ਇਹ ਕਾਰਨ ਰੂਪ ਜਿਹੜਾ ਸੰਸਾਰ ਹੈ, ਕਾਰਨ ਕਾਰਜ ਰੂਪ ਸੰਸਾਰ, ਇਹ ਤੇਰਾ ਹੀ ਪੈਦਾ ਕੀਤਾ ਹੋਇਆ ਹੈ। ਆਪ ਜੀ ਨੇ ਇਹ ਸਾਰਾ ਕਾਰਨ ਬਣਾਇਆ ਹੈ, ਆਪ ਜੀ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ, ਸਾਰਾ ਸੰਸਾਰ ਪੈਦਾ ਕੀਤਾ ਹੈ। ਆਪ ਜੀ ਦੇ ਅਚਰਜ ਚੋਜ ਹਨ, ਇਹ ਅਚਰਜ ਖੇਡ ਹੈ ਆਪ ਜੀ ਦੀ। ਤੋ ਗਰੀਬ ਨਵਾਜ ਸਤਿਗੁਰੂ ਜੀ ਨੇ 13ਵੀਂ ਪੌੜੀ ਸ਼ਲੋਕਾਂ ਦੇ ਸਹਿਤ ਰਾਮਕਲੀ ਰਾਗ ਦੀ ਦੂਸਰੀ ਵਾਰ ਦੁਆਰਾ ਪਵਿੱਤਰ ਉਪਦੇਸ਼ ਬਖਸ਼ਿਆ। ਗੁਰੂ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਸਭਨਾ ਕੀ ਰੇਣਾ ਮੇਰੀ ਚਾਰਣ ਸਭ ਤੇਰੇ ਚੋਜ ਵਿਡਾਣ,
ਸਭ ਤੇਰਾ ਕਾਰਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।